ਜਦੋਂ ਜਦੋਂ SIT ਨੇ ਕਹਿਤਾ ਵੀ ਉਹ ਬੰਦਾ ਦੋਸ਼ੀ ਹੈ तो बंदा मतलब मंत्री मंडल ਦੇ ਵਿੱਚ ਕਿਵੇਂ ਰਹਿ ਸਕਦਾ ਹੈ ਜੀ। ਹਜੇ ਤੱਕ ਜਥੇਬੰਦੀਆਂ ਨੇ ਕੋਈ ਨਾਂ ਨਹੀਂ ਭੇਜੇ ਉਸ ਕਮੇਟੀ ਵਾਸਤੇ ਔਰ ਉਹਦੇ ਮੈਂਬਰ ਹਜੇ ਤੱਕ ਸਰਕਾਰ ਨੇ ਸਾਥੋਂ ਮੰਗੇ ਹੀ ਨਹੀਂ। ਇਹਦਾ ਮਤਲਬ ਇਹ ਹੈ ਕਿ ਸਰਕਾਰ ਕਮੇਟੀ ਬਣਾਉਣ ਤੇ ਸੰਜੀਦਾ ਨਹੀਂ। ਇੱਕ ਗੱਲ ਇਹ ਤਾਂ ਜਿਵੇਂ ਜਿਵੇਂ ਚੋਣਾਂ ਆਉਣੀਆਂ ਸ਼ੁਰੂ ਹੋਈਆਂ ਉਵੇਂ ਉਵੇਂ ਘੁੰਗਰੂ ਬੰਨ ਕੇ ਨੱਚਣ ਵਾਲੀ ਗੱਲ ਸ਼ੁਰੂ ਹੁੰਦੀ ਗਈ। ਰਾਜਨੀਤੀ ਦਾ ਸਟਰਕਚਰ ਹੈ ਨਾ ਜੀ, ਜਿਹੜਾ ਢਾਂਚਾ ਬਣ ਚੁੱਕਿਆ ਹੈ, ਉਹ ਕਾਰਪੋਰੇਟ ਲੋਕਾਂ ਤੋਂ ਬਾਹਰ ਜਾ ਕੇ ਚੱਲ ਹੀ ਨਹੀਂ ਰਿਹਾ ਕਿ ਜਦੋਂ ਸੜਕਾਂ ਸੁੰਨੀਆਂ ਹੁੰਦੀਆਂ ਸੰਸਦ ਜਿਹੜਾ ਹੈ ਉਹ ਅਵਾਰਾ ਹੋ ਜਾਂਦਾ ਹੈ। ਸਾਡੇ ਕੋਲੋਂ ਚੰਨੀ ਸਾਹਿਬ ਇਹ ਪੁੱਛਦੇ ਆ ਕਿ ਸਲਾਹ ਦਿਓ ਜੀ ਕੀ ਕਰੀਏ, ਕਰਜ਼ੇ ਨੂੰ ਕਿਵੇਂ ਮਾਫ ਕਰੀਏ। ਸਾਨੂੰ ਮਾਰਿਆ ਹੀ ਅੱਜ ਤੱਕ ਇਸ ਗੱਲ ਨੇ ਹੈ। ਜਥੇਬੰਦੀਆਂ ਸੀ ਉਹ ਕਿਤੇ ਨਾ ਕਿਤੇ ਪੋਲਿਟਿਕਸ ਕਰਨ ਵਾਲੇ ਲੋਕਾਂ ਦੀ ਝੋਲੀ 'ਚ ਡਿੱਗਦੀਆਂ ਰਹੀਆਂ। ਰਾਜਨੀਤੀ ਜਿਨ੍ਹਾਂ ਦੀ ਲਾਲਸਾ ਰਾਜਨੀਤੀ ਕਰਨਾ ਹੈ ਉਹ ਲੋਕਾਂ ਦਾ ਭਲਾ ਨਹੀਂ ਕਰ ਸਕਦੀਆਂ ਜੀ। ਇਹੀ ਮੋਦੀ ਨੂੰ ਜਿਹੜੇ ਲੋਕ ਇਹ ਕਹਿੰਦੇ ਸੀ ਕਿ CA ਵੇਲੇ ਮੋਦੀ ਦਾ ਜੀ ਵਾਪਸ ਨਹੀਂ ਮੁੜਦਾ, ਨੋਟਬੰਦੀ ਕੀਤੀ ਮੋਦੀ ਵਾਪਸ ਨਹੀਂ ਜੀ ਮੁੜਦਾ, ਧਾਰਾ 370 ਉਡਾਤੀ ਮੋਦੀ ਨਹੀਂ ਜੀ ਵਾਪਸ ਮੁੜਦਾ। ਆ ਮੁੜਿਆ ਪਿਆ ਨਾ ਕਿ ਅਸੀਂ ਸਰਕਾਰਾਂ ਦੇ ਨੱਥ ਪਾ ਸਕਦੇ। ਤੁਸੀਂ ਦੇਖਿਓ ਲੋਕ ਇਹਨਾਂ ਦਾ ਹਾਲ ਕੀ ਕਰਦੇ ਆ। ਲੜਾਈ ਹਜੇ ਲੜਨੀ ਪੈਣੀ ਹੈ। MSP ਦੀ ਲੜਾਈ ਬਾਕੀ ਹੈ, ਲਖੀਮਪੁਰ ਵਾਲੇ ਕਾਂਡ ਦੀ ਲੜਾਈ ਬਾਕੀ ਹੈ, ਅੰਦਰ ਖੜੇ ਟਰੈਕਟਰ ਬਾਹਰ ਕਢਾਉਣ ਦੀ ਲੜਾਈ ਬਾਕੀ ਹੈ। ਕੋਈ ਬੱਚਾ IAS IPS ਕਰਨਾ ਨਹੀਂ ਪਸੰਦ ਕਰਦਾ, ਆਈਲੈਟਸ ਕਰਕੇ ਬਾਹਰ ਜਾਣਾ ਪਸੰਦ ਕਰਦਾ ਹੈ। ਔਰ ਉਸ ਵਿਰੋਧ ਦੇ ਵਿੱਚੋਂ ਫਿਰ ਉਹਨਾਂ ਨੇ RSS ਵੀ ਕਹਿਣਾ ਸ਼ੁਰੂ ਕੀਤਾ। ਅਗਰ ਅਸੀਂ ਉੱਥੋਂ ਅਦਰ ਸਟੇਟਾਂ ਨੂੰ ਛੱਡ ਕੇ ਆ ਜਾਂਦੇ ਤਾਂ ਪੰਜਾਬ ਦੀ, ਪੰਜਾਬੀਆਂ ਦੀ ਤੇ ਸਾਡੀ ਪੱਗ ਦੀ ਕੀ ਆਨ ਸ਼ਾਨ ਦੇ ਉੱਤੇ ਸਵਾਲ ਨਹੀਂ ਉੱਠਣੇ ਸੀ ਕਿ ਜੀ ਡੱਲੇਵਾਲ ਤਾਂ ਮਤਲਬ RSS ਦਾ ਬੰਦਾ ਹੈ। ਅਗਰ ਅਸੀਂ RSS ਹੈ ਤਾਂ ਫਿਰ ਤੁਸੀਂ ਕਿੱਧਰਲੇ ਦੇਸ਼ ਭਗਤ ਹੋਗੇ ਜਿਨ੍ਹਾਂ ਦੇ ਖਿਲਾਫ ਲੜਾਈ ਹੈ ਸਾਡੀ ਅਡਾਨੀ ਅੰਬਾਨੀ। ਉਹਨਾਂ ਦੀਆਂ ਸੈਂਕੜੇ ਮੀਟਿੰਗਾਂ ਬਾਦਲ ਕੇ ਨਾਲ ਹੋਈਆਂ ਜ਼ਾਹਰ ਹੋ ਰਹੀਆਂ, ਕੈਪਟਨ ਅਮਰਿੰਦਰ ਸਿੰਘ ਨਾਲ ਹੋਈਆਂ ਜ਼ਾਹਰ ਹੋ ਰਹੀਆਂ ਨੇ, ਆਪ ਵਾਲਿਆਂ ਨਾਲ ਮੀਟਿੰਗਾਂ ਹੋਈਆਂ ਜ਼ਾਹਰ ਹੋ ਰਹੀਆਂ ਨੇ। ਇੰਡੋ ਕੈਨੇਡਾ ਪੰਜਾਬੀ TV ਚੈਨਲ ਉੱਪਰ ਸਵਾਗਤ ਹੈ ਜੀ ਦੋਸਤੋ। ਤੁਹਾਡਾ ਸਮੂਹ ਦਰਸ਼ਕਾਂ ਨੂੰ ਨਵਦੀਪ ਗੱਲ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਬਿਲਕੁਲ ਸਿਰ ਦੇ ਉੱਪਰ ਹਨ। ਚੋਣਾਂ ਦੇ ਮੁਤਾਲਕ ਸਾਰੀਆਂ ਸਿਆਸੀ ਪਾਰਟੀਆਂ ਨੇ ਕਮਰ ਕੱਸ ਲਏ ਹਨ। ਇਸ ਦੇ ਬਾਵਜੂਦ ਕਿਸਾਨੀ ਮੋਰਚੇ ਦੇ ਵਿੱਚੋਂ ਨਿਕਲੀਆਂ ਕੁਝ ਧਿਰਾਂ ਨੇ, ਲਗਭਗ 22 ਧਿਰਾਂ ਨੇ ਸਿਆਸੀ ਪਿੜ ਦੇ ਵਿੱਚ ਚੋਣ ਮੈਦਾਨ ਦੇ ਵਿੱਚ ਉਤਰਨ ਦੀ ਤਿਆਰੀ ਕੀਤੀ ਹੋਈ ਹੈ। ਪਰ ਕੁਝ ਕਿਸਾਨ ਜਥੇਬੰਦੀਆਂ ਨੇ ਸਾਥ ਦੇਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਦੇ ਵਿੱਚੋਂ ਇੱਕ ਵੱਡੀ ਧਿਰ ਕਿਸਾਨ ਯੂਨੀਅਨ ਸਿੱਧੂਪੁਰ, ਉਹਨਾਂ ਨੇ ਵੀ ਚੋਣ ਮੈਦਾਨ ਦੇ ਵਿੱਚ ਉਤਰਨ ਤੋਂ ਇਨਕਾਰ ਕਰ ਦਿੱਤਾ। ਅੱਜ ਆਪਾਂ ਗੱਲਬਾਤ ਕਰਾਂਗੇ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਨਾਲ। ਡੱਲੇਵਾਲ ਸਾਹਿਬ, ਸਵਾਗਤ ਹੈ ਤੁਹਾਡਾ ਇੰਡੋ ਕੈਨੇਡਾ TV ਚੈਨਲ ਉੱਪਰ। ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਮਿਹਰਬਾਨੀ, ਬੜੀ ਕਿਰਪਾ ਹੈ ਆਪ ਜੀਆਂ ਦੀ। ਆਪਣੇ ਆਪਣੇ ਰੱਬ ਵਰਗੇ ਸਰੋਤਿਆਂ ਦੇ ਰੂਬਰੂ ਕਰਨ ਦਾ ਹੋਣ ਦਾ ਮੌਕਾ ਦਿੱਤਾ, ਧੰਨਵਾਦ ਜੀ। ਡੱਲੇਵਾਲ ਸਾਹਿਬ, 32 ਕਿਸਾਨ ਜਥੇਬੰਦੀਆਂ ਪੰਜਾਬ ਦੀਆਂ ਤੇ ਬਾਕੀ ਪੂਰੇ ਭਾਰਤ ਦੀਆਂ ਨੇ ਜਿਹੜਾ ਕਿਸਾਨੀ ਅੰਦੋਲਨ ਸੀ ਉਹਨੂੰ ਇੱਕ ਤਰ੍ਹਾਂ ਦੇ ਨਾਲ ਜਿੱਤ ਲਿਆ ਤੇ ਬਾਕੀ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਸੀ ਉਹਨਾਂ ਉੱਪਰ ਕਮੇਟੀ ਬਣ ਗਈ। ਸਭ ਤੋਂ ਪਹਿਲਾਂ ਤਾਂ ਇਹ ਦੱਸੋ, ਜਿਹੜੀ ਕਮੇਟੀ ਬਣਾਈ ਹੈ ਉਸ ਦੀ ਕੋਈ ਮੀਟਿੰਗ ਅੱਗੇ ਵਧੀ ਹੈ ਜਾਂ ਨਹੀਂ? ਦੇਖੋ, ਸਭ ਤੋਂ ਮੇਨ ਗੱਲ ਇਹ ਹੈ ਕਿ ਜਿਹੜੀ ਤੁਸੀਂ ਇੱਕ ਗੱਲ ਕਰੀ ਹੈ ਕਿ ਅੰਦੋਲਨ ਜਿੱਤ ਲਿਆ ਜੀ, ਸੰਪੂਰਨ ਜਿੱਤ ਹਜੇ ਅੰਦੋਲਨ ਦੀ ਨਹੀਂ ਹੋਈ ਜੀ, ਕਿਉਂਕਿ ਸਾਡੀ ਇੱਕ ਵੱਡੀ ਮੰਗ ਹੈ MSP ਦੀ ਗਰੰਟੀ ਦਾ ਕਾਨੂੰਨ ਲੈਣਾ। ਹਾਂਜੀ, ਜਿਹੜੀ ਅਸੀਂ ਲੜਾਈ ਲੜ ਰਹੇ ਸੀਗੇ 3 ਕਾਨੂੰਨਾਂ ਨੂੰ ਰੱਦ ਕਰਾਉਣ ਦੀ, ਉਸ ਲੜਾਈ ਦਾ ਵੀ ਇੱਕੋ ਹੀ ਕਾਰਨ ਸੀਗਾ ਕਿ ਉਹਨਾਂ 3 ਕਾਨੂੰਨਾਂ ਦੇ ਜ਼ਰੀਏ ਨਾਲ ਉਹਨਾਂ ਨੇ ਸਾਡੀ MSP ਖਤਮ ਕਰਨੀ ਸੀ, MSP ਉਡਾ ਦੇਣੀ ਸੀ। ਔਰ MSP ਉੱਡਣ ਨਾਲ ਕਿਸਾਨ ਦੇ ਫਸਲਾਂ ਦੇ ਰੇਟ ਡਿੱਗਣੇ ਸੀ, ਰੇਟ ਡਿੱਗ ਕੇ ਕਿਸਾਨ ਸਿਰ ਕਰਜ਼ਾ ਚੜ੍ਹਨਾ ਸੀ, ਕਰਜ਼ਾਈ ਹੋ ਕੇ ਕਿਸਾਨ ਤੋਂ ਜ਼ਮੀਨਾਂ ਖੁੱਸਣੀਆਂ ਸੀ। ਇੱਕ ਉਹਨਾਂ ਦਾ ਪ੍ਰੋਸੈਸ ਲੰਬਾ ਥਿਊਰੀ ਸੀ ਉਹ, ਔਰ ਉਹਨੂੰ ਸਮਝਿਆ, ਲੜੇ ਉਹਦੇ ਤੇ, ਕਿਸਾਨ ਸਾਰੇ ਲੜੇ, ਪੂਰਾ ਵਰਲਡ ਇਕਜੁੱਟ ਹੋ ਕੇ ਲੜਿਆ ਉਹਦੇ ਤੇ। ਆਪਾਂ ਉਹਨਾਂ ਪੱਖ ਜਿੱਤ ਲਿਆ ਜੀ, ਪਰ ਹਜੇ MSP ਦੀ ਗਰੰਟੀ ਦਾ ਕਾਨੂੰਨ ਲੈਣਾ ਬਾਕੀ ਆ। ਸਭ ਤੋਂ ਵੱਡੀ ਗੱਲ ਹੈ। ਦੂਸਰੀ ਗੱਲ ਹੈ, ਸਾਡੇ ਅੰਦੋਲਨ ਦੇ ਚਲਦਿਆਂ ਸਾਡੇ ਕਿਸਾਨ ਸ਼ਹੀਦ ਹੋਏ ਨੇ, ਉਹਨਾਂ ਦੇ ਪਰਿਵਾਰਾਂ ਨੂੰ ਕੰਪਨਸੇਟ ਕਰਵਾਉਣਾ ਬਾਕੀ ਹੈ।
ਲਖੀਮਪੁਰ ਦੀ ਘਟਨਾ ਵਾਪਰੀ ਹੈ। ਲਖੀਮਪੁਰ ਦੇ ਵਿੱਚ 4 ਕਿਸਾਨ ਤੇ ਇੱਕ ਵਿਚਾਰਾ ਪੱਤਰਕਾਰ ਗੱਡੀਆਂ ਦੇ ਥੱਲੇ ਦਰੜ ਕੇ ਸ਼ਹੀਦ ਕਰ ਦਿੱਤੇ ਗਏ। ਜੀ ਉਹਨਾਂ ਦੇ ਸਬੰਧ 'ਚ ਸਰਕਾਰ ਵੱਲੋਂ ਇਹ ਗੱਲ ਆਉਂਦੀ ਸੀਗੀ ਕਿ ਸੁਪਰੀਮ ਕੋਰਟ ਦੀ ਨਿਗਰਾਨੀ ਦੀ ਹੇਠ ਇੱਕ ਕਮੇਟੀ ਬਣ ਕੇ ਇਹਦੀ ਇਨਵੈਸਟੀਗੇਸ਼ਨ ਹੋ ਰਹੀ ਹੈ। ਜੋ ਉਹ ਕਮੇਟੀ ਦੀ ਰਿਪੋਰਟ ਆਏਗੀ ਅਗਲਾ ਪ੍ਰੋਗਰਾਮ ਉਹਦੇ ਮੁਤਾਬਕ ਹੋਏਗਾ। ਸਰਕਾਰ ਉਹਦੇ 'ਚ ਕੁਝ ਨਹੀਂ ਕਰ ਸਕਦੀ। ਤਾਂ ਉਹਦੇ 'ਚ ਵੀ SIT ਦੀ ਰਿਪੋਰਟ ਇਹ ਆ ਗਈ ਹੈ ਕਿ ਅਜੇ ਮਿਸ਼ਰਾ ਟੈਣੀ ਦੋਸ਼ੀ ਹੈ। ਤਾਂ ਹੁਣ ਸਾਡੇ ਲਈ ਰਸਤਾ ਹੈ, ਖੁੱਲ੍ਹਾ ਹੈ ਕਿ ਅਸੀਂ ਉਹਨੂੰ ਸਜ਼ਾ ਦਿਵਾਉਣੀ ਹੈ। ਉਹਨੂੰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਨੂੰ ਬਰਖਾਸਤ ਕਰੇ। ਸ਼ੁਰੂ ਤੋਂ ਮੰਗ ਹੈ, ਜਦੋਂ SIT ਨੇ ਕਹਿਤਾ ਵੀ ਉਹ ਬੰਦਾ ਦੋਸ਼ੀ ਹੈ ਤਾਂ ਉਹ ਬੰਦਾ ਮਤਲਬ ਮੰਤਰੀ ਮੰਡਲ ਦੇ ਵਿੱਚ ਕਿਵੇਂ ਰਹਿ ਸਕਦਾ ਹੈ ਜੀ। ਤਾਂ ਇਹ ਗੱਲਾਂ ਸਾਰੀਆਂ ਹਜੇ ਬਾਕੀ ਨੇ। ਇਸ ਕਰਕੇ ਇੱਕ ਤਾਂ ਇਹ ਕਹਿਣਾ ਨਹੀਂ ਹਜੇ ਵਾਜਬ ਕਿ ਅੰਦੋਲਨ ਸੰਪੂਰਨ ਜਿੱਤ ਗਿਆ। ਅੰਦੋਲਨ ਦੇ ਵਿੱਚ ਹਜੇ ਇੱਕ ਹਿੱਸਾ ਜਿੱਤਿਆ, ਥੋੜੀ ਪ੍ਰਾਪਤੀ ਹੋਈ ਆ, ਬਾਕੀ ਹਜੇ ਲੜਾਈ ਬਾਕੀ ਹੈ। ਡੱਲੇਵਾਲ ਹੁਣ ਜਿਹੜੀ ਗੱਲ ਸਾਹਿਬ, ਕੀਤੀ ਹੈ SIT ਜਿਹੜੀ ਇੱਕ ਕਮੇਟੀ ਬਣਾਈ ਸੀ ਸਰਕਾਰ ਨੇ, ਤੁਸੀਂ ਵੀ ਕਿਸਾਨ ਯੂਨੀਅਨਾਂ ਨੇ ਨਾਮ ਭੇਜੇ, ਕਦੇ ਉਸ ਤੋਂ ਬਾਅਦ ਮੀਟਿੰਗ ਹੋਈ MSP ਬਾਰੇ ਜਾਂ ਦੂਸਰੀਆਂ ਮੰਗਾਂ ਬਾਰੇ? ਸਭ ਤੋਂ ਪਹਿਲਾਂ ਤਾਂ ਇਹ ਗੱਲ ਹੈ, ਹਜੇ ਇਹਨੂੰ ਨਾ ਤੁਸੀਂ ਆਪਦੀ ਜਾਣਕਾਰੀ ਨੂੰ ਥੋੜਾ ਜਿਹਾ ਠੀਕ ਕਰ ਲਈਏ ਜੀ। ਹਜੇ ਤੱਕ ਜਥੇਬੰਦੀਆਂ ਨੇ ਕੋਈ ਨਾਂ ਨਹੀਂ ਭੇਜੇ ਉਸ ਕਮੇਟੀ ਵਾਸਤੇ। ਇਹ ਜਿਹੜੇ 5 ਆਦਮੀਆਂ ਦੇ ਨਾਂ ਆਏ ਸੀ, ਇਹ ਇਸ ਕਰਕੇ ਆਏ ਸੀਗੇ ਕਿ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ, ਕਦੇ ਬੈਕਡੋਰ ਤੋਂ ਕਿਸੇ ਬੰਦੇ ਨਾਲ ਗੱਲ ਕਰਦੀ ਹੈ, ਕਦੇ ਕਿਸੇ ਨਾਲ ਗੱਲ ਕਰਦੀ ਹੈ। ਇੱਕ ਕਮੇਟੀ ਨਿਰਧਾਰਿਤ ਕਰੋ, ਕਮੇਟੀ ਸਾਨੂੰ ਜਵਾਬਦੇਹ ਹੋਵੇ, ਆ ਕੇ ਲੋਕਾਂ 'ਚ ਗੱਲ ਰੱਖੇ ਤੇ ਉਹ ਗੱਲ ਕਰੇ। ਉਹਦੇ ਵਿੱਚ ਇੱਕ 5 ਮੈਂਬਰੀ ਕਮੇਟੀ ਬਣਾ ਦਿੱਤੀ ਗਈ ਸੀ। ਉਹ ਕਮੇਟੀ ਸਿਰਫ ਮਤਲਬ ਸਰਕਾਰ ਨਾਲ ਉਨੀ ਨੈਗੋਸ਼ੀਏਸ਼ਨ ਕਰਨ ਵਾਸਤੇ ਸੀ, ਨਾ ਕਿ ਮਤਲਬ MSP ਦੇ ਮੈਟਰ ਤੇ ਜਿਹੜੀ ਕਮੇਟੀ ਬਣਨੀ ਆ ਉਸ ਕਮੇਟੀ ਦੇ ਉਹ ਮੈਂਬਰ ਨਹੀਂ ਸੀਗੇ। ਔਰ ਉਹਦੇ ਮੈਂਬਰ ਹਜੇ ਤੱਕ ਸਰਕਾਰ ਨੇ ਸਾਥੋਂ ਮੰਗੇ ਹੀ ਨਹੀਂ। ਇਹਦਾ ਮਤਲਬ ਇਹ ਹੈ ਕਿ ਸਰਕਾਰ ਕਮੇਟੀ ਬਣਾਉਣ ਤੇ ਸੰਜੀਦਾ ਨਹੀਂ। ਇੱਕ ਗੱਲ। ਦੂਸਰੀ ਗੱਲ, ਸਰਕਾਰ ਨੇ ਜਿਹੜੀ ਕਮੇਟੀ ਬਣਾਉਣ ਦੀ ਗੱਲ ਕੀਤੀ ਹੈ ਨਾ ਜੀ, ਉਹਦੇ ਵਿੱਚ ਇਹ ਕਹਿ ਦਿੱਤਾ ਕਿ ਅਦਰ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੇ ਵੀ ਨੁਮਾਇੰਦੇ ਲਏ ਜਾਣਗੇ। ਹੁਣ ਬਹੁਤ ਸਾਰੀਆਂ ਜਥੇਬੰਦੀਆਂ ਸਰਕਾਰ ਇਹੋ ਜਿਹੀਆਂ ਨਵੀਆਂ ਪੈਦਾ ਕਰਕੇ ਲਿਆਉਂਦੀ ਰਹੀ ਹੈ ਪੂਰੇ ਅੰਦੋਲਨ 'ਚ, ਤੁਸੀਂ ਦੇਖਿਆ ਹੋਣਾ, ਜਿਹੜੀਆਂ ਪੂਰੀ ਤਰ੍ਹਾਂ ਸਰਕਾਰ ਪੱਖੀ ਹੋ ਕੇ ਖੜ ਜਾਂਦੀਆਂ ਸੀ। ਹੁਣ ਸਾਡੇ 5 ਮੈਂਬਰ ਲੈਣੇ ਆ, ਅਗਰ ਉਹਨਾਂ ਹਰੇਕ ਜਥੇਬੰਦੀ ਦੇ 5 ਮੈਂਬਰ ਜਾਂ ਇੱਕ ਮੈਂਬਰ ਲੈ ਕੇ ਕਮੇਟੀ 'ਚ ਬਿਠਾਉਣ ਲੱਗੇ ਤਾਂ ਉਹਨਾਂ ਦੇ ਜਿਹੜੇ ਪ੍ਰੋ ਸਰਕਾਰ ਵਾਲੇ ਲੋਕ ਨੇ ਉਹ ਗਿਣਤੀ ਹੋਣਗੇ, ਅਸੀਂ ਘੱਟ ਗਿਣਤੀ 'ਚ ਹੋਵਾਂਗੇ। ਸੋ ਅਗਰ ਅਜਿਹੀ ਕਮੇਟੀ ਬਣਦੀ ਹੈ ਤਾਂ ਇਹ ਕਮੇਟੀ ਤੇ ਵੀ ਸਾਨੂੰ ਸੋਚਣਾ ਪਏਗਾ ਵੀ ਇਹਦਾ ਸਾਨੂੰ ਕੋਈ ਫਾਇਦਾ ਹੋਏਗਾ, ਕਿਸਾਨਾਂ ਦੇ ਪੱਖ 'ਚ ਗੱਲ ਜਾਏਗੀ ਜਾਂ ਨਹੀਂ ਜਾਏਗੀ। ਤਾਂ ਹਜੇ ਤੱਕ ਸਰਕਾਰ ਨੇ ਇਧਰਲੇ ਪਾਸੇ ਨੂੰ ਕਦਮ ਹੀ ਨਹੀਂ ਚੱਕਿਆ। ਕਿਹੜੀਆਂ ਜਥੇਬੰਦੀਆਂ ਵੱਲੋਂ ਜਾਂ 32 ਜਿਹੜੀਆਂ ਕਿਸਾਨ ਜਥੇਬੰਦੀਆਂ ਜਦੋਂ ਤੁਸੀਂ ਕਿਸਾਨ ਅੰਦੋਲਨ ਸ਼ੁਰੂ ਕੀਤਾ ਹੈ ਉਹਨਾਂ ਵੱਲੋਂ ਹੀ ਹੈ ਜਾਂ ਤੁਸੀਂ ਅਲੱਗ ਤੌਰ ਤੇ ਕਰ ਰਹੇ ਹੋ? ਨਹੀਂ, ਇਹ ਦੇਖੋ ਜਿਹੜੀਆਂ 32 ਸੀ, 32 ਦੇ ਵਿੱਚੋਂ 22 ਜਥੇਬੰਦੀਆਂ, ਅਸਲ ਤਾਂ 25 ਜਥੇਬੰਦੀਆਂ ਇੱਕ ਤਰ੍ਹਾਂ ਪੋਲੀਟੀਕਲ ਫਰੰਟ ਬਣਾਉਣ ਵਾਸਤੇ ਸਾਡੇ ਤੋਂ ਵੱਖਰੀਆਂ ਮੀਟਿੰਗਾਂ ਕਰਨ ਲੱਗ ਪਈਆਂ ਸੀ। ਸ਼ਾਇਦ ਤੁਹਾਡੇ ਧਿਆਨ ਹੋਏਗਾ, ਇਹ ਅੰਦੋਲਨ ਜਿੱਤਣ ਤੋਂ ਬਾਅਦ ਇਹ 25 ਜਥੇਬੰਦੀਆਂ ਨੇ ਸਮਰਾਲੇ ਮੀਟਿੰਗ ਕੀਤੀ ਔਰ ਉਹਦੇ ਵਿੱਚ 32 ਜਥੇਬੰਦੀਆਂ ਨਹੀਂ ਬੁਲਾਈਆਂ ਗਈਆਂ। ਉਹਦੇ ਸਿਰਫ ਮਤਲਬ 25 ਜਥੇਬੰਦੀਆਂ ਨੂੰ ਬੁਲਾਇਆ ਗਿਆ। ਉਹ ਵੀ ਉਹ ਜਥੇਬੰਦੀਆਂ ਜਿਹੜੀਆਂ ਰਾਜਨੀਤੀ ਵੱਲ ਨੂੰ ਝੁਕਾਅ ਰੱਖਦੀਆਂ ਸੀ। ਇਹ ਮੀਟਿੰਗਾਂ ਦਿੱਲੀ ਬਾਰਡਰ ਤੇ ਬੈਠਿਆਂ ਵੀ ਹੁੰਦੀਆਂ ਰਹੀਆਂ, ਅੰਡਰਗਰਾਊਂਡ ਤਰੀਕੇ ਦੇ ਨਾਲ ਇਹ ਮੀਟਿੰਗਾਂ ਉੱਥੇ ਵੀ ਹੁੰਦੀਆਂ ਰਹੀਆਂ। ਕਦੇ ਰਾਜਾ ਸਾਹਿਬ ਦੇ ਦਫ਼ਤਰ ਜਾ ਕੇ ਹੁੰਦੀ ਸੀ, ਕਦੇ ਕਿਤੇ ਜਾ ਕੇ ਹੁੰਦੀ ਸੀ, ਕਦੇ ਕਿਤੇ ਜਾ ਕੇ ਹੁੰਦੀ ਸੀ। ਕੀ ਤੁਹਾਨੂੰ ਉਦੋਂ ਜਾਣਕਾਰੀ ਸੀ ਇਹਨਾਂ ਬਾਰੇ ਜੀ? ਹਾਂਜੀ, ਉਸ ਟਾਈਮ ਵੀ ਤੁਹਾਨੂੰ ਜਾਣਕਾਰੀ ਸੀ ਕਿ ਇਹ ਪੋਲੀਟੀਕਲ ਫਰੰਟ ਬਣਾਉਣਗੇ? ਅਸਲ ਦੇਖੋ ਗੱਲ ਇਹ ਹੈ, ਇਹ ਤਾਂ ਜਿਵੇਂ ਚੋਣਾਂ ਆਉਣੀਆਂ ਸ਼ੁਰੂ ਹੋਈਆਂ ਉਵੇਂ ਘੁੰਗਰੂ ਬੰਨ ਕੇ ਨੱਚਣ ਵਾਲੀ ਗੱਲ ਸ਼ੁਰੂ ਹੁੰਦੀ ਗਈ। ਇਹਨਾਂ ਦੇ ਵਿਚਾਰਧਾਰਾਵਾਂ ਜਿਨ੍ਹਾਂ ਨੂੰ ਪਤਾ ਸੀਗਾ, ਪ੍ਰੈਸ ਦੇ ਮਾਧਿਅਮ ਦੇ ਉੱਤੋਂ ਹਰੇਕ ਬੰਦੇ ਦੀ ਵਿਚਾਰ ਦੀ ਜਾਣਕਾਰੀ ਹਰੇਕ ਆਦਮੀ ਨੂੰ ਹੁੰਦੀ ਰਹੀ। ਹੁਣ ਇਹਨਾਂ ਬੰਦਿਆਂ ਨੂੰ ਸਾਡੀ ਵਿਚਾਰਧਾਰਾ, ਜਿਵੇਂ ਸਾਡੀ ਜਥੇਬੰਦੀ ਹੈ ਕਿ ਬਿਲਕੁਲ ਨਾਨ ਪੋਲੀਟੀਕਲ ਆ, ਸਾਡਾ ਸੰਵਿਧਾਨ ਹੀ ਕਹਿੰਦਾ ਅਸੀਂ ਚੋਣਾਂ 'ਚ ਭਾਗ ਲੈਣਾ ਹੀ ਨਹੀਂ। ਔਰ ਸਾਡਾ ਸਟੈਂਡ ਪਹਿਲੇ ਦਿਨ ਤੋਂ, ਜਿੰਨੀਆਂ ਮਰਜ਼ੀ ਤੁਸੀਂ ਸਾਡੀਆਂ ਬਾਈਟਸ ਚੱਕ ਲਓ, ਕੋਈ ਸਾਡੀਆਂ ਇੰਟਰਵਿਊ ਚੱਕ ਲਓ, ਸਾਡਾ ਇਹੀ ਸਟੈਂਡ ਹੈ ਕਿ ਨਹੀਂ ਜੀ, ਸਾਡਾ ਸੰਵਿਧਾਨ ਨਹੀਂ ਕਹਿੰਦਾ ਅਸੀਂ ਇਲੈਕਸ਼ਨ ਨਹੀਂ ਲੜਨੀ। ਸਾਡੇ ਵਿੱਚ ਹਰ ਤਰ੍ਹਾਂ ਦੇ ਲੋਕ ਨੇ, ਹਰ ਵਿਚਾਰ ਦੇ ਲੋਕ ਨੇ। ਇੱਕ ਨੂੰ ਅਸੀਂ ਸਪੋਰਟ ਕਰਾਂਗੇ, ਦੂਸਰੇ ਨਾਰਾਜ਼ ਹੋਣਗੇ। ਅਸੀਂ ਜਥੇਬੰਦੀ ਰੱਖਣੀ ਹੈ।
ਅਸੀਂ ਇੱਕ ਪ੍ਰੈਸ਼ਰ ਗਰੁੱਪ ਬਣਾ ਕੇ ਰੱਖਣਾ ਹੈ। ਤੋ ਇਸ ਤਰੀਕੇ ਦੇ ਨਾਲ ਇਹ ਵਿਚਾਰਾਂ ਇਕੱਠੀਆਂ ਇਹਨਾਂ ਲੋਕਾਂ ਕੋਲੇ ਸਾਰਿਆਂ ਕੋਲੇ ਜਾਂਦੀਆਂ ਹੀ ਹੈ ਵੀ ਕੌਣ ਕੀ ਬੋਲ ਰਿਹਾ, ਕੌਣ ਕੀ ਬੋਲ ਰਿਹਾ। ਤੋ ਉਹ ਜਿਹੜੇ 25 ਸੀਗੇ ਜਿਹੜੇ ਇਲੈਕਸ਼ਨ ਲੜਨ ਦੀ ਭਾਵਨਾ ਰੱਖਣ ਵਾਲੇ ਸੀ, ਉਹ ਹੌਲੀ ਹੌਲੀ ਇੱਕ ਸਾਈਡ ਨੂੰ ਇਕੱਠੇ ਹੁੰਦੇ ਗਏ। ਔਰ ਉੱਥੇ ਸਿੰਘੂ ਬਾਰਡਰ ਤੇ ਵੀ ਮੀਟਿੰਗਾਂ ਹੋਈਆਂ, ਟਿਕਰੀ ਬਾਰਡਰ ਤੇ ਵੀ ਮੀਟਿੰਗਾਂ ਹੋਈਆਂ। ਇਹ ਮੀਟਿੰਗਾਂ ਮੁੜ ਕੇ ਆ ਕੇ ਉੱਥੋਂ ਮੋਰਚਾ ਸਮਾਪਤ ਕਰਨ ਪੋਸਟਪੋਨ ਕਰਨ ਤੋਂ ਬਾਅਦ ਜਦੋਂ ਅਸੀਂ ਪੰਜਾਬ ਆ ਗਏ ਆ, ਉਦੋਂ ਵੀ ਮਤਲਬ ਸਮਰਾਲੇ ਦੇ ਵਿੱਚ ਇੱਕ ਪਹਿਲੀ ਮੀਟਿੰਗ ਹੁੰਦੀ ਹੈ ਇਹ 25 ਜਥੇਬੰਦੀਆਂ ਦੀ। ਕੀ ਤੁਹਾਨੂੰ ਉਹ ਉਦੋਂ 25 ਬੱਚਿਆਂ ਦੇ ਵਿੱਚੋਂ ਬਾਕੀ ਬਾਹਰ ਸੀਗੇ। ਤੁਹਾਨੂੰ ਉਹਨਾਂ ਨੇ ਸੱਦਾ ਪੱਤਰ ਨਹੀਂ ਦਿੱਤਾ ਉਦੋਂ ਕੀ ਵਿਚਾਰ ਨਾ, ਕਰਨ ਦੇ ਬਿਲਕੁਲ ਲਈ? ਉਹਦੇ ਵਿੱਚ ਸਾਨੂੰ ਇਨਵੀਟੇਸ਼ਨ ਆਇਆ ਹੀ ਨਹੀਂ। ਉਹ ਤਾਂ ਪੰਜਾਬੀ ਆਪਣੇ ਇੰਗਲਿਸ਼ ਟ੍ਰਿਬਿਊਨ ਅਖਬਾਰ ਨੇ ਬੜਾ ਸਪਸ਼ਟ ਲਿਖ ਦਿੱਤਾ ਸੀਗਾ ਕਿ ਜਿਹੜੀਆਂ ਇਹ 22 25 ਜਥੇਬੰਦੀਆਂ ਦੀ ਮੀਟਿੰਗ ਹੋ ਰਹੀ ਆ, ਆਹ 7 ਜਥੇਬੰਦੀਆਂ ਜਿਹੜੀਆਂ ਉਸ ਮੀਟਿੰਗ ਦਾ ਹਿੱਸਾ ਨਹੀਂ ਬੁਲਾਈਆਂ ਗਈਆਂ, ਇਹ ਉਹ ਜਥੇਬੰਦੀਆਂ ਜਿਹੜੀਆਂ ਮਤਲਬ ਰਾਜਨੀਤੀ ਤੋਂ ਬਾਹਰ ਰਹਿਣਾ ਚਾਹੁੰਦੀਆਂ। ਉਹ ਤੁਸੀਂ ਪੰਜਾਬੀ ਟ੍ਰਿਬਿਊਨ ਇੰਗਲਿਸ਼ ਟ੍ਰਿਬਿਊਨ ਅਖਬਾਰ ਦੀ ਖਬਰ ਪੜ੍ਹ ਸਕਦੇ ਹੋ। ਤੁਹਾਡੇ ਕਹਿਣ ਦਾ ਸਪਸ਼ਟ ਇਹ ਹੁੰਦਾ ਹੈ ਕਿ ਉਹ ਕਿਸਾਨ ਜਥੇਬੰਦੀਆਂ ਜਦੋਂ ਵੀ ਹੁਣ ਕੋਈ ਵਿਰੋਧ ਹੋਵੇਗਾ, ਜਿਹੜੀ ਕਿਸਾਨਾਂ ਦੀਆਂ 32 ਜਥੇਬੰਦੀਆਂ ਪੰਜਾਬ ਦੀਆਂ ਸੀ, ਹੁਣ ਉਹ 32 ਨਹੀਂ ਰਹਿ ਗਈਆਂ, ਉਹਨਾਂ ਦਾ ਵਿਰੋਧ ਕਰਨਾ ਸਰਕਾਰ ਤੇ ਪਹਿਲੇ ਸਾਡੇ ਤੇ ਦੋਸ਼ ਲਾਉਂਦੀ ਰਹੀ ਹੈ ਕਿ ਤਾਂ ਇਹਨਾਂ ਦਾ ਤਾਂ ਮਕਸਦ ਸਾਨੂੰ ਰਾਜਨੀਤੀ ਕਰਨਾ ਹੈ। ਅੱਜ ਕਿਹੜਾ ਉਹ ਸਾਫ਼ ਹੋ ਕੇ ਆ ਗਏ ਨੇ? ਅੱਜ ਵੀ ਹਜੇ ਵਿੱਚ ਵਿਚਾਲੇ ਲੌਂਕਦੇ ਫਿਰਦੇ ਨੇ। ਬਹੁਤ ਸਾਰੀਆਂ ਜਥੇਬੰਦੀਆਂ ਇਹੋ ਜਿਹੀਆਂ ਨੇ ਜਿਹੜੀਆਂ ਮਤਲਬ ਇਹ ਫਰੰਟ ਬਣਾਉਣ ਵਾਸਤੇ ਜਿਨ੍ਹਾਂ ਨੇ ਮੋਹਰੀ ਰੋਲ ਅਦਾ ਕੀਤਾ, ਔਰ ਮੋਹਰੀ ਰੋਲ ਅਦਾ ਕਰਨ ਵਾਲੀਆਂ ਜਥੇਬੰਦੀਆਂ ਅੱਜ ਮਤਲਬ ਪੈਰ ਪਿੱਛੇ ਨੂੰ ਖਿੱਚ ਰਹੀਆਂ ਨੇ। ਔਰ ਉਹ ਜਥੇਬੰਦੀਆਂ ਅੱਜ ਜੇ ਸਾਡੇ ਵਿੱਚ ਆਉਣਗੀਆਂ, ਉਹਨਾਂ ਨੂੰ ਕੀ ਅਸੀਂ ਪੋਲੀਟੀਕਲ ਮੰਨਾਂਗੇ ਜਾਂ ਨਾਨ ਪੋਲੀਟੀਕਲ ਮੰਨਾਂਗੇ? ਕੀ ਮੰਨਾਂਗੇ ਉਹਨਾਂ ਨੂੰ ਅਸੀਂ? ਤੋਂ ਸਾਡੇ ਲਈ, ਸਾਡੇ ਮੋਰਚੇ ਲਈ ਵੀ ਕਿਤੇ ਨਾ ਕਿਤੇ ਘਾਤਕ ਸਿੱਧ ਹੋਣਗੀਆਂ। ਇਸ ਕਰਕੇ ਜਿਹੜਾ ਇਹ ਵਿਰੋਧ ਹੈ, ਇਹ ਸਿਰਫ ਮਤਲਬ ਜਿਹੜੀਆਂ 10 ਜਥੇਬੰਦੀਆਂ ਆਲਰੇਡੀ ਬਾਹਰ ਰਹਿ ਗਈਆਂ, ਇਹ ਉਹੀ ਕਰਨਗੀਆਂ। ਡੱਲੇਵਾਲ ਸਾਹਿਬ, ਆਪਾਂ ਅੱਗੇ ਜਾ ਕੇ ਇਹਨਾਂ ਬਾਰੇ ਗੱਲਬਾਤ ਕਰਾਂਗੇ ਹੋਰ, ਪਰ ਵਿੱਚ ਜਾਂਦੇ ਜਾਂ ਇੱਕ ਗੱਲ ਜ਼ਰੂਰ ਦੱਸਿਓ ਕਿ ਰਾਜਨੀਤਿਕ ਪਾਰਟੀਆਂ ਜਿੰਨੀਆਂ ਵੀ ਆ ਪੰਜਾਬ ਦੀਆਂ, ਕੀ ਹੁਣ ਵੀ ਉਹ ਕਾਰਪੋਰੇਟ ਘਰਾਣਿਆਂ ਦੇ ਹੱਥ ਵਿੱਚ ਨੇ? ਦੇਖੋ, ਰਾਜਨੀਤਿਕ ਪਾਰਟੀ ਹਮੇਸ਼ਾ, ਕੋਈ ਵੀ ਪੋਲੀਟੀਕਲ ਪਾਰਟੀ ਹੋਵੇ, ਉਹ ਸਾਡਾ ਜਿਹੜਾ ਰਾਜਨੀਤੀ ਦਾ ਸਟਰਕਚਰ ਹੈ ਨਾ ਜੀ, ਜਿਹੜਾ ਢਾਂਚਾ ਬਣ ਚੁੱਕਿਆ ਹੈ, ਉਹ ਕਾਰਪੋਰੇਟ ਲੋਕਾਂ ਤੋਂ ਬਾਹਰ ਜਾ ਕੇ ਚੱਲ ਹੀ ਨਹੀਂ ਰਿਹਾ ਤੇ ਚੱਲ ਹੀ ਨਹੀਂ ਸਕਦਾ। ਇਸ ਕਰਕੇ ਪੋਲੀਟੀਕਲ ਪਾਰਟੀ ਚਾਹੇ ਕੋਈ ਹੋਵੇ, ਉਹ ਹਮੇਸ਼ਾ ਕਾਰਪੋਰੇਟ ਲੋਕਾਂ ਦੇ ਇਸ਼ਾਰੇ ਤੇ ਚੱਲਦੀ ਹੈ, ਉਹਨਾਂ ਦੇ ਹੱਥਾਂ 'ਚ ਖੇਡਦੀ ਹੈ। ਆ ਤੁਸੀਂ ਦੇਖ ਰਹੇ ਹੋ, ਜਿਨ੍ਹਾਂ ਦੀ ਲੜਾਈ ਅਸੀਂ ਲੜ ਰਹੇ ਹਾਂ, ਜਿਨ੍ਹਾਂ ਦੇ ਖਿਲਾਫ ਲੜਾਈ ਹੈ ਸਾਡੀ ਅਡਾਨੀ ਅੰਬਾਨੀ, ਉਹਨਾਂ ਦੀਆਂ ਸੈਂਕੜੇ ਮੀਟਿੰਗਾਂ ਬਾਦਲ ਕੇ ਨਾਲ ਹੋਈਆਂ, ਜ਼ਾਹਰ ਹੋ ਰਹੀਆਂ, ਕੈਪਟਨ ਅਮਰਿੰਦਰ ਸਿੰਘ ਨਾਲ ਹੋਈਆਂ, ਜ਼ਾਹਰ ਹੋ ਰਹੀਆਂ ਨੇ, ਆਪ ਵਾਲਿਆਂ ਨਾਲ ਮੀਟਿੰਗਾਂ ਹੋਈਆਂ, ਜ਼ਾਹਰ ਹੋ ਰਹੀਆਂ ਨੇ। ਤਾਂ ਇਹਦਾ ਮਤਲਬ ਇਹ ਕਿਹਾ ਜਾ ਸਕਦਾ ਹੈ ਕਿ ਸਾਰੇ ਹੀ ਉਹਨਾਂ ਤੋਂ ਇੱਕ ਉਮੀਦ ਲੈ ਕੇ ਚੱਲਦੇ ਆ ਕਿ ਵੱਡਾ ਸਰਮਾਇਆ ਉਹਨਾਂ ਨੇ ਖਰਚ ਕਰਨਾ ਹੈ, ਫਿਰ ਉਹਨਾਂ ਦੇ ਪੱਖ ਦੇ ਵਿੱਚ ਇਹਨਾਂ ਨੇ ਭੁਗਤਣਾ ਹੁੰਦਾ ਹੈ। ਸੋ ਇਹ ਕੋਈ ਕਿਸੇ ਪੋਲੀਟੀਕਲ ਪਾਰਟੀ ਤੋਂ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਉਹ ਕਾਰਪੋਰੇਟ ਦਾ ਬਲੱਡ ਛੱਡਣਗੇ। ਤੁਸੀਂ ਕਹਿ ਰਹੇ ਹੋ ਕਿ ਤੁਹਾਡੀਆਂ ਜਥੇਬੰਦੀਆਂ ਜਿਹੜੀਆਂ ਬਾਹਰ ਰਹਿ ਗਈਆਂ, ਚੋਣਾਂ ਨਹੀਂ ਲੜਨੀਆਂ, ਕੀ ਚੋਣਾਂ ਲੜੇ ਤੋਂ ਬਿਨਾ ਪੰਜਾਬ ਦੇ ਹਾਲਾਤਾਂ ਨੂੰ ਸੁਧਾਰਿਆ ਜਾ ਸਕਦਾ ਹੈਗਾ ਜੋ ਸਿਸਟਮ ਦੇ ਵਿੱਚ ਗੰਧਲਾਪਣ ਆ ਚੁੱਕਿਆ ਹੈ? ਦੇਖੋ, ਇੱਕ ਗੱਲ ਤਾਂ ਇਹ ਸਮਝਣ ਵਾਲੀ ਹੈ, ਪੰਜਾਬ ਦੀਆਂ 13 ਸੀਟਾਂ MP ਦੀਆਂ ਜੀ, ਹਰਿਆਣੇ ਦੀਆਂ 10 ਸੀਟਾਂ ਜੀ, ਯੂਪੀ ਦਾ ਉਹ ਖੇਤਰ ਜਿਹੜਾ ਲੜਿਆ ਉੱਠ ਕੇ, ਉਸ ਖੇਤਰ ਦੇ ਵਿੱਚੋਂ ਵੱਧ ਤੋਂ ਵੱਧ 70 75 ਜਾਂ 80 ਸੀਟਾਂ, ਟੋਟਲ MP 100 ਦੇ ਕਰੀਬ ਬਣਦਾ ਹੈ। ਅਗਰ ਇਹ 100 MP ਅਸੀਂ ਇਲੈਕਸ਼ਨ ਜਿਤਾ ਕੇ ਵਿੱਚ ਭਾ ਲੈਂਦੇ ਜੀ, ਤੇ ਸਾਡਾ ਇਹ MP ਜ਼ੋਰ ਲਾਈ ਜਾਂਦਾ, ਮੈਨੂੰ ਨਹੀਂ ਲੱਗਦਾ ਸੀਗਾ ਵੀ ਅਸੀਂ ਸਰਕਾਰ ਨੂੰ ਇਹ ਕਾਨੂੰਨ ਬਣਾਉਣ ਤੋਂ ਰੋਕ ਪਾਉਂਦੇ ਜੀ। ਉਹਨਾਂ ਨੇ ਬਹੁ ਗਿਣਤੀ ਨਾਲ ਫਿਰ ਇਹ ਕਰਨਾ ਸੀ। ਹੁਣ ਉਹਨੇ ਸਿਰਫ 90 ਜਾਂ 95 MPਆਂ ਦੀ ਜਿਹੜੀ ਕਾਂਸਟੀਚਿਊਂਸੀ ਹੈ, ਜਿਹੜਾ ਉਹਨਾਂ ਦਾ ਏਰੀਆ ਹੈ, ਉਹਨੇ ਏਰੀਆ ਦੇ ਵਿੱਚੋਂ ਲੋਕਾਂ ਨੇ ਉੱਠ ਕੇ ਅੰਦੋਲਨ ਲੜਿਆ ਹੈ, ਲੋਕ ਸੜਕਾਂ ਤੇ ਆਏ ਨੇ, ਤੇ ਇੰਨੇ ਖੇਤਰ ਦੇ ਲੋਕਾਂ ਨੇ ਸਰਕਾਰ ਨੂੰ ਮਜਬੂਰ ਕਰ ਲਿਆ ਕਿ ਉਹ ਜਿਹੜੇ ਕਾਨੂੰਨ ਲੈ ਕੇ ਆਈ ਸੀ ਧੜੱਲੇ ਨਾਲ, ਬੜੀ ਡਾਕਾ ਮਾਰਨ ਵਾਲੇ ਕਾਨੂੰਨ, ਉਹ ਕਾਨੂੰਨ ਸਰਕਾਰ ਨੂੰ ਆਪਣੇ ਹੀ ਆਪ ਬੈਕਫੁੱਟ ਤੇ ਜਾ ਕੇ ਉਹ ਵਾਪਸ ਲੈਣੇ ਪਏ। ਸੋ ਇਸ ਕਰਕੇ
ਸਾਡਾ ਵਿਸ਼ਵਾਸ ਹੈ ਕਿ ਸਾਨੂੰ ਤਕੜਾ ਮਜ਼ਬੂਤ ਦੇਸ਼ ਲੈਵਲ ਦਾ ਇੱਕ ਪ੍ਰੈਸ਼ਰ ਗਰੁੱਪ ਬਣਾਉਣ ਦੀ ਲੋੜ ਹੈ। ਅਗਰ ਸਾਡਾ ਪ੍ਰੈਸ਼ਰ ਗਰੁੱਪ ਮਜ਼ਬੂਤ ਰਿਹਾ ਤਾਂ ਕਿਸੇ ਦੀ ਤਾਕਤ ਨਹੀਂ ਸਾਡੇ ਜਾਂ ਸਾਡੇ ਦੇਸ਼ ਦੇ ਖਿਲਾਫ ਕੋਈ ਅਜਿਹਾ ਫੈਸਲਾ ਲੈ ਸਕਣਗੇ। ਸਿਰਫ ਘਾਟ ਕੀ ਹੈ, ਸਾਡੇ ਪ੍ਰੈਸ਼ਰ ਗਰੁੱਪਾਂ ਦੀ ਕਮਜ਼ੋਰੀ ਕਰਕੇ ਇਹ ਬੇਲ ਲਗਾਮ ਹੋ ਕੇ ਅਜਿਹੇ ਫੈਸਲੇ ਲੈਂਦੇ ਨਹੀਂ। ਜਦੋਂ ਲੋਕ ਸੜਕ ਤੇ ਆਏ ਨੇ, ਲੋਕਾਂ ਨੇ ਇਹਨਾਂ ਦੇ ਲਏ ਫੈਸਲੇ ਵਾਪਸ ਕਰਵਾਏ। ਸੋ ਇਸ ਕਰਕੇ ਇੱਕ ਕਹਾਵਤ ਹੈ ਕਿ ਜਦੋਂ ਸੜਕਾਂ ਸੁੰਨੀਆਂ ਹੁੰਦੀਆਂ ਉਦੋਂ ਫਿਰ ਸੰਸਦ ਜਿਹੜਾ ਹੈ ਉਹ ਅਵਾਰਾ ਹੋ ਜਾਂਦਾ ਹੈ, ਔਰ ਉਹਨੂੰ ਅਵਾਰਾ ਹੋਣ ਤੋਂ ਰੋਕਣ ਵਾਸਤੇ ਸੜਕਾਂ ਤੇ ਲੋਕਾਂ ਦਾ ਡਟੇ ਰਹਿਣਾ ਜ਼ਰੂਰੀ ਹੈ, ਔਰ ਉਹਦੇ ਵਾਸਤੇ ਇੱਕ ਤਗੜਾ ਮਜ਼ਬੂਤ ਪ੍ਰੈਸ਼ਰ ਗਰੁੱਪ ਹੋਣਾ ਜ਼ਰੂਰੀ ਹੈ। ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ ਕਿ ਜੇ ਤੁਸੀਂ ਤੁਹਾਡਾ 100 MP ਹੁੰਦਾ ਪਾਰਲੀਮੈਂਟ ਦੇ ਵਿੱਚ ਕੁਝ ਨਾ ਕਰ ਸਕਦੇ, ਪਰ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਕਿ ਕਿਸਾਨ ਜਥੇਬੰਦੀਆਂ ਸਾਰੀਆਂ ਰਲ ਕੇ ਪੰਜਾਬ ਤਾਂ ਜਿੱਤ ਸਕਦੇ ਸੀ, ਜਿਹੋ ਜਿਹਾ ਮਾਹੌਲ ਬਣਿਆ ਸੀ, ਕਿ ਤੁਹਾਨੂੰ ਲੱਗਦਾ ਹੈ ਕਿ ਨਹੀਂ ਸੀ ਇਹ ਹੋਣਾ ਚਾਹੀਦਾ? ਦੇਖੋ, ਹਰ ਇੱਕ ਜਥੇਬੰਦੀ ਦੀ ਆਪਣੀ ਆਪਣੀ ਵਿਚਾਰਧਾਰਾ ਹੈ। ਸਭ ਤੋਂ ਪਹਿਲਾ ਫਰਕ ਤਾਂ ਇਹ ਹੈ ਜੀ ਕਿ ਅੰਦੋਲਨਕਾਰੀ ਲੋਕਾਂ ਨੂੰ ਇਹ ਸਮਝ ਬੈਠਣਾ ਕਿ ਇਹ ਸਾਡੇ ਵੋਟਰ ਬਣ ਜਾਣਗੇ, ਮੈਨੂੰ ਲੱਗਦਾ ਇਹ ਇੱਕ ਵੱਡੀ ਭੁੱਲ ਹੁੰਦੀ ਹੈ। ਇੱਕ ਗੱਲ। ਨੰਬਰ 2, ਤੁਸੀਂ ਦੇਖਿਆ ਹੈ ਮੋਰਚੇ ਦੇ ਵਿੱਚ ਕੀ ਕੁਝ ਹੋਇਆ ਹੈ। ਅਸੀਂ ਕਿੰਨੀ ਕੁ ਉਮੀਦ ਰੱਖਾਂਗੇ ਸਾਡੇ ਤੋਂ? ਇੱਕ ਸਮਝਣ ਵਾਲੀ ਗੱਲ ਹੈ, ਅੱਜ ਦੇਸ਼ ਦੇ ਕਿਸਾਨ ਨੂੰ ਸੰਪੂਰਨ ਕਰਜ਼ਾ ਮੁਕਤੀ ਦੀ ਲੋੜ ਹੈ ਜੀ। ਔਰ ਜਿਹੜਾ ਐਸਕੇਐਮ ਐਡਾ ਵੱਡਾ ਬਣਿਆ, ਵੱਖ-ਵੱਖ ਵਿਚਾਰਧਾਰਾਵਾਂ ਦੇ ਲੋਕ ਜੁੜੇ, ਉਹਦੇ ਵਿੱਚ ਅਸੀਂ ਕਰਜ਼ਾ ਮੁਕਤੀ ਦੀ ਮੰਗ ਨਹੀਂ ਪਾ ਸਕੇ। ਹੁਣੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸਾਡੀ ਮੀਟਿੰਗ ਹੋ ਰਹੀ ਸੀ ਇੱਕ ਦਿਨ 23 ਤਰੀਕ ਨੂੰ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਚੰਨੀ ਚਲਾ ਰਹੇ ਨੇ ਹੁਣ ਇਸ ਵੇਲੇ, ਉਸੇ ਪਾਰਟੀ ਨੂੰ। ਚੰਨੀ ਸਾਹਿਬ ਨਾਲ ਮੀਟਿੰਗ ਹੈ। ਕੈਪਟਨ ਅਮਰਿੰਦਰ ਨੇ ਕਮਿਟਮੈਂਟ ਕੀਤੀ ਹੈ ਲੋਕਾਂ ਨਾਲ ਕਿ ਤੁਹਾਡਾ ਸਾਰਾ ਕਰਜ਼ਾ, ਬੈਂਕਾਂ ਦਾ ਕਰਜ਼ਾ, ਕੋਆਪਰੇਟਿਵ ਦਾ ਕਰਜ਼ਾ, ਤੁਹਾਡਾ ਆੜਤੀਆਂ ਦਾ ਕਰਜ਼ਾ ਅਸੀਂ ਦੇਵਾਂਗੇ। ਇਹ ਸਹੁੰ ਖਾ ਕੇ ਕਿਹਾ ਹੋਇਆ ਹੈ। ਔਰ ਉਹ ਸਾਡੇ ਕੋਲੋਂ ਚੰਨੀ ਸਾਹਿਬ ਇਹ ਪੁੱਛਦੇ ਆ ਕਿ ਸਲਾਹ ਦਿਓ ਜੀ, ਕੀ ਕਰੀਏ, ਕਰਜ਼ੇ ਨੂੰ ਕਿਵੇਂ ਮਾਫ ਕਰੀਏ? ਤਾਂ ਸਾਡੀ ਜਥੇਬੰਦੀ ਦਾ ਇੱਕ ਬੜਾ ਕਲੀਅਰ ਫੈਸਲਾ ਸੀਗਾ ਕਿ ਦੇਖੋ, ਤੁਸੀਂ ਜਿਹੜਾ ਕਮਿਟਮੈਂਟ ਕੀਤੀ ਹੈ ਲੋਕਾਂ ਨਾਲ ਉਹ ਆਪਦੀ ਚੱਕ ਲਓ, ਉਹ ਜੋ ਬਣਦੀ ਉਹ ਪੂਰੀ ਕਰ ਦਿਓ। ਸਾਡੀ ਮੰਗ ਇਹ ਹੈ ਕਿ ਕੀਤਾ ਵਾਅਦਾ ਪੂਰਾ ਕਰੋ। ਅਸੀਂ ਇਹ ਨਹੀਂ ਕਹਿੰਦੇ ਕਿ ਕਰਜ਼ਾ ਇੰਨਾ ਮਾਫ ਕਰੋ ਜਾਂ ਇੰਨਾ ਮਾਫ ਕਰੋ। ਹੁਣ ਇਹਦੇ ਬੜੀ ਇੰਪੋਰਟੈਂਟ ਗੱਲ ਮੈਂ ਤੁਹਾਨੂੰ ਦੱਸਣ ਲੱਗਾ। ਇਹਦੇ ਵਿੱਚ ਜਿਹੜੀਆਂ ਕੁਝ ਧਿਰਾਂ, ਵੱਡੀ ਗਿਣਤੀ ਧਿਰਾਂ ਉਹ ਸੀਗੀਆਂ ਜਿਹੜੀਆਂ, ਕੋਈ ਤਾਂ ਕਹਿੰਦਾ ਕਿ ਜੀ ਤੁਸੀਂ 2.5 ਏਕੜ ਵਾਲਿਆਂ ਦਾ ਕਰਜ਼ਾ ਮਾਫ ਕਰ ਦਿਓ। ਕਿਸੇ ਨੇ ਕਹਿਤਾ ਲਓ ਜੀ ਤੁਸੀਂ ਫਿਰ ਬਾਦਲ ਕਹਿੰਦਾ ਕਰਜ਼ਾ ਮਾਫ ਕਰਾਉਣਾ ਚਾਹੁੰਦੇ ਹੋ। ਇਹਦਾ ਮਤਲਬ ਜਿਹੜਾ 15 ਜਾਂ 18 ਕਿੱਲੇ ਵਾਲਾ ਕਿਸਾਨ ਹੈ ਉਹ ਬਾਦਲ ਕੇ ਬਣ ਗਏ ਜੀ। ਤਾਂ ਇਹਦਾ ਮਤਲਬ ਇਹ ਹੈ ਕਿ ਇਹ ਵੱਖ-ਵੱਖ ਵਿਚਾਰਧਾਰਾਵਾਂ ਦੇ ਉਹ ਲੋਕ ਕਿਸਾਨ ਦਾ ਫਾਇਦਾ ਨਹੀਂ ਹੋਣ ਦੇਣਗੇ। ਸਾਨੂੰ ਇਹ ਸੋਚਣਾ ਪੈਣਾ ਹੈ। ਇੱਧਰ ਜਾ ਕੇ ਦੇਖ ਲਾਂਗੇ ਜਿਹੜੇ ਚੱਲੇ ਆ 20-22-21 ਫਾਇਦਾ ਕਰ ਦੇਣਗੇ ਪੰਜਾਬ ਦੇ ਕਿਸਾਨਾਂ ਦਾ। ਕੀ ਲੱਗਦਾ? ਸੋ ਇਹ ਵਿਚਾਰਧਾਰਾਵਾਂ ਜਿਹੜੀਆਂ ਵੱਖਰੀਆਂ ਨੇ, ਇਹਨਾਂ ਵਿਚਾਰਧਾਰਾਵਾਂ ਦੇ ਵਿੱਚ ਰਹਿ ਕੇ ਮੈਨੂੰ ਨਹੀਂ ਲੱਗਦਾਗਾ ਪੰਜਾਬ ਦੇ ਕਿਸਾਨਾਂ ਨੂੰ ਕੋਈ ਰਾਹਤ ਮਿਲ ਸਕੇਗੀ। ਕਿਉਂਕਿ ਇੱਕੋ ਗੱਲ ਦੇ ਉੱਤੇ ਜਿਹੜਾ ਮੈਂ ਤੁਹਾਨੂੰ ਮਿਸਾਲ ਦਿੱਤੀ ਹੈ, ਤੁਸੀਂ ਇਹਦੇ ਤੋਂ ਲੱਭ ਲਓ। ਕੀਤਾ ਸਰਕਾਰ ਦਾ ਕੀਤਾ ਵਾਅਦਾ ਹੈ, ਉਹਨੂੰ ਵੀ ਪੂਰਾ ਕਰਵਾਉਣ ਦੇ ਮਾਮਲੇ ਦੇ ਵਿੱਚ ਬਹੁਤ ਸਾਰੀਆਂ ਧਿਰਾਂ ਅੜਿੱਕਾ ਅੜਾ ਰਹੀਆਂ ਕਿ ਤੁਸੀਂ ਸਾਰਾ ਕਿਉਂ ਕਰਦੇ ਹੋ, ਤੁਸੀਂ ਇੰਨਾ ਕੁ ਕਰਦੇ ਹੋ ਜੀ। ਤੇ ਜੇ ਇਹੀ ਧਿਰਾਂ ਸਰਕਾਰ ਦੇ ਵਿੱਚ ਸਾਰੀਆਂ ਜਾ ਕੇ ਬਹਿਣਗੀਆਂ, ਕੀ ਭਲਾ ਕਰ ਦੇਣਗੀਆਂ ਜੀ ਦੇਸ਼ ਦਾ? ਡੱਲੇਵਾਲ ਸਾਹਿਬ ਦੱਸ ਸਕਦੇ ਹੋ ਜੀ ਕਿਹੜੀਆਂ ਧਿਰਾਂ ਨੇ ਉਹ? ਦੇਖੋ, ਬਹੁਤ ਸਾਰੀਆਂ ਧਿਰਾਂ ਉਹਦੇ ਚ, ਜਿਵੇਂ ਰੁਲਦੂ ਸਿੰਘ ਨੇ ਬੜਾ ਸਪਸ਼ਟ ਕਿਹਾ ਵੀ ਤੁਸੀਂ ਬਾਦਲ ਦਾ ਕਰਜ਼ਾ ਮਾਫ ਕਰਾਉਣਾ ਚਾਹੁੰਦੇ ਹੋ। ਜਿਸ ਵੇਲੇ ਅਸੀਂ ਦਬਾਅ ਪਾ ਰਹੇ ਸੀਗੇ ਕਿ ਕਰਜ਼ਾ ਮਾਫ ਕਰੋ, ਸਾਰਾ ਕਰਜ਼ਾ ਮਾਫ ਕਰੋ, ਤਾਂ ਉਸ ਵੇਲੇ ਕੁਲਵੰਤ ਸੰਧੂ ਵੱਲੋਂ ਇਹ ਕਿਹਾ ਜਾ ਰਿਹਾ ਸੀਗਾ ਕਿ ਤੁਸੀਂ 2.5 ਏਕੜ ਵਾਲਾ ਚੱਕਿਆ ਸੀ ਪਹਿਲਾਂ, ਤੇ ਤੁਸੀਂ ਹੁਣ 5 ਏਕੜ ਵਾਲਾ ਕਿਉਂ ਫਸਾ ਲਿਆ ਵਿੱਚ? ਤੁਸੀਂ 2.5 ਏਕੜ ਵਾਲ ਨੂੰ ਵਿੱਚੇ ਛੱਡ ਕੇ 5 ਏਕੜ ਵਾਲਾ ਫਸਾ ਲਿਆ। ਇਹ ਉਹਨਾਂ ਦਾ ਵਿਊ ਸੀਗਾ। ਰਾਜੇਵਾਲ ਸਾਹਿਬ ਨੇ ਇਹ ਗੱਲ ਕਹੀ ਜਿਵੇਂ ਅਸੀਂ ਮੰਗਤੇ ਹੁੰਨੇ ਆ ਕਿ ਜੀ ਤੁਸੀਂ ਕੁਛ ਤਾਂ ਕਰੋ, ਅੱਜ ਕੀ ਦੇ ਕੇ ਉਠਾਉਣੇ ਹੋ ਸਾਨੂੰ? ਅੱਜ ਅਸੀਂ ਲੈ ਕੇ ਉੱਠ ਖੜੇ ਤਾਂ ਕੱਲ ਨੂੰ ਸਰਕਾਰ ਨੇ ਕੋਡ ਆਫ ਕੰਡਕਟ ਦਾ ਬਹਾਨਾ ਬਣਾ ਕੇ ਹੋ ਜਾਣਾ ਕਿ ਸਾਡਾ ਤਾਂ ਜੀ ਟਾਈਮ ਖਤਮ ਹੋ ਗਿਆ। ਇਸ ਸਰਕਾਰ ਤੋਂ ਉਹੀ ਇੱਕ ਮੀਟਿੰਗ ਸੀ ਸਾਡੇ ਕੋਲੇ ਜਿਹਦੇ ਤੇ ਪੂਰਾ ਦਬਾਅ ਪਾ ਕੇ ਅਸੀਂ ਇਹ ਮੰਗ ਮਨਾ ਸਕਦੇ ਕਿ ਸਾਰਾ ਕਰਜ਼ਾ ਮਾਫ ਕਰੋ। ਇੱਥੇ ਤਾਂ ਇੱਥੋਂ ਤੱਕ ਫਰਕ ਰਿਹਾ ਜੀ। ਅਸੀਂ ਸਰਕਾਰ ਨੇ ਮੁਆਵਜ਼ਾ ਦੇਣਾ ਹੈ, ਨਰਮਾ ਸੁੰਡੀ ਖਾ ਗਈ, ਮੁਆਵਜ਼ਾ ਦੇਣਾ ਸਰਕਾਰ ਨੇ ਸ਼ਰਤ ਰੱਖਦੀ
ਕਿ 5 ਏਕੜ ਤੱਕ ਦੇ ਕਿਸਾਨ ਨੂੰ ਹੀ ਮੁਆਵਜ਼ਾ ਦਿੱਤਾ ਜਾਣਾ ਹੈ। ਕਿਉਂ ਜੀ? ਜੇ 10 ਏਕੜ ਵਾਲੇ ਦਾ ਨਰਮਾ ਮੇਰਾ 10 ਏਕੜ ਵਾਲੇ ਨੂੰ ਕਿਉਂ ਨਹੀਂ? ਔਰ ਅਸੀਂ ਉੱਥੇ ਰੌਲਾ ਪਾਇਆ, ਇਸ ਗੱਲ ਤੇ ਸਟੈਂਡ ਲਿਆ। ਔਰ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਦੀਆਂ ਮੈਂ ਤੁਹਾਨੂੰ ਨਾਂ ਲੈ ਰਿਹਾ ਜਾਂ ਇਸ ਤੋਂ ਬਗੈਰ ਹੋਰ ਵੀ ਕੋਈ ਨਹੀਂ ਜਥੇਬੰਦੀ ਇਸ ਇਸ਼ੂ ਤੇ ਬੋਲੀ ਵੀ ਹਾਂ ਸਾਰੇ ਕਿਸਾਨਾਂ ਨੂੰ ਮਿਲਣਾ ਚਾਹੀਦਾ ਹੈ। ਤਾਂ ਇਹਦਾ ਮਤਲਬ ਕੀ ਕੱਢਾਂਗੇ ਅਸੀਂ? ਇਹਦਾ ਮਤਲਬ 1.5 ਏਕੜ ਵਾਲਾ ਜਾਂ 2 ਏਕੜ ਵਾਲੇ ਤੋਂ ਉੱਪਰ ਜਿਹੜਾ ਕਿਸਾਨ ਹੈ ਉਹ ਕਿਸਾਨ ਹੀ ਨਹੀਂ, ਉਹ ਇਹਨਾਂ ਦੀ ਨਜ਼ਰ ਦੇ ਵਿੱਚ ਬਹੁਤ ਧਨਾੜ ਹੈ, ਬਹੁਤ ਅਮੀਰ ਹੈ। ਤਾਂ ਇਸ ਕਰਕੇ ਜੇ ਇਹ ਹਾਲਾਤਾਂ ਦੇ ਚੱਲਦਿਆਂ ਮੈਨੂੰ ਨਹੀਂ ਲੱਗਦਾਗਾ ਕਿ ਕਿਸਾਨੀ ਦਾ ਕੋਈ ਬਹੁਤ ਭਲਾ ਹੋ ਸਕਦਾ ਹੈ। ਤਾਂ ਇਹਦੇ ਲਈ ਸਾਨੂੰ ਪ੍ਰੈਸ਼ਰ ਗਰੁੱਪ ਹੀ ਬਣਾ ਕੇ ਰੱਖਣ ਦੀ ਲੋੜ ਹੈ। ਡੱਲੇਵਾਲ ਸਾਹਿਬ, ਬਹੁਤ ਟਾਈਮ ਹੋ ਗਿਆ ਦੇਖਦਿਆਂ ਨੂੰ ਕਿ ਕਿਸਾਨ ਜਥੇਬੰਦੀਆਂ ਕਿਸਾਨਾਂ ਦੀਆਂ ਮੰਗਾਂ ਦੇ ਲਈ, ਮਜ਼ਦੂਰਾਂ ਦੀਆਂ ਜਥੇਬੰਦੀਆਂ ਮਜ਼ਦੂਰਾਂ ਦੀਆਂ ਮੰਗਾਂ ਦੇ ਲਈ ਸਰਕਾਰਾਂ ਨਾਲ ਲੜਦੀਆਂ ਆ ਰਹੀਆਂ। ਸਿਸਟਮ ਦੇ ਵਿੱਚ ਸੁਧਾਰ ਕਿਵੇਂ ਆ ਸਕਦਾ ਹੈਗਾ? ਚੋਣਾਂ ਲੜੇ ਤੋਂ ਬਿਨਾਂ ਬਾਹਰ ਕਿੰਨਾ ਟਾਈਮ ਪ੍ਰੈਸ਼ਰ ਬਣਾ ਕੇ ਰੱਖਿਆ ਜਾ ਸਕਦਾ ਹੈਗਾ? ਬੜਾ ਵਧੀਆ ਸਵਾਲ ਆ ਤੁਹਾਡਾ। ਸਾਨੂੰ ਮਾਰਿਆ ਹੀ ਅੱਜ ਤੱਕ ਇਸ ਗੱਲ ਨੇ ਹੈ ਕਿ ਸਾਡੀਆਂ ਜਿਹੜੀਆਂ ਜਥੇਬੰਦੀਆਂ ਸੀ ਉਹ ਕਿਤੇ ਨਾ ਕਿਤੇ ਪੋਲਿਟਿਕਸ ਕਰਨ ਵਾਲੇ ਲੋਕਾਂ ਦੀ ਝੋਲੀ 'ਚ ਡਿੱਗਦੀਆਂ ਰਹੀਆਂ। ਅੱਜ ਫਿਰ ਪੋਲਿਟਿਕਸ ਦੀ ਲਾਲਸਾ ਨੇ ਸਾਡੇ ਵਿੱਚੋਂ ਬਾਈਆਂ ਨੂੰ ਨਖੇੜ ਕੇ ਪਰਾਂ ਲੈ ਗਈਆਂ। ਪਹਿਲਾਂ 25 ਨੂੰ ਲਗਾਈਆਂ ਸੀ, 25 ਦੇ ਵਿੱਚੋਂ 3 ਮਤਲਬ ਇਹ ਕਹਿ ਕੇ ਵੀ ਨਹੀਂ ਸਾਡਾ ਇਹਦੇ ਨਾਲ ਕੋਈ ਸੰਬੰਧ ਨਹੀਂ। ਫਿਰ ਮਤਲਬ ਉਹਨਾਂ ਦੇ ਵਿੱਚੋਂ ਵੀ ਕੁਝ ਅਜੇ ਮੁੜਦੇ ਨਜ਼ਰ ਆ ਰਹੇ ਹੈ। ਤਾਂ ਮਤਲਬ ਗੱਲ ਕਰਨ ਦਾ ਇਹ ਹੈ ਕਿ ਜੇ ਹੁਣ ਇੰਨੀਆਂ ਜਥੇਬੰਦੀਆਂ ਰਾਜਨੀਤੀ ਜਿਨ੍ਹਾਂ ਦੀ ਲਾਲਸਾ ਰਾਜਨੀਤੀ ਕਰਨਾ ਹੈ ਉਹ ਲੋਕਾਂ ਦਾ ਭਲਾ ਨਹੀਂ ਕਰ ਸਕਦੀਆਂ ਜੀ। ਇਹ ਤੇ ਉਹੀ ਹੋ ਸਕੇਗਾ ਅਗਰ ਕੋਈ ਵੀ ਆਦਮੀ ਇਹ ਸੋਚ ਕੇ ਚੱਲੇਗਾ ਕਿ ਮੈਂ ਤੇ ਆਪਦੇ ਕਿਸਾਨਾਂ ਦਾ, ਮੈਂ ਆਪਦੇ ਮਜ਼ਦੂਰਾਂ ਦਾ, ਮੈਂ ਆਪਦੇ ਦੁਕਾਨਦਾਰਾਂ ਦਾ, ਮੈਂ ਆਪਦੇ ਦੇਸ਼ ਵਾਸੀਆਂ ਦਾ ਭਲਾ ਚਾਹਣਾ, ਚਾਹੇ ਕੁਝ ਹੋਵੇ ਕੁਝ ਨਾ ਹੋਵੇ। ਮੇਰਾ ਕੰਮ ਹੈ ਸੜਕ ਤੇ ਖੜ ਕੇ ਹੋਕਾ ਦੇਣਾ, ਆਵਾਜ਼ ਚੱਕਣੀ, ਲੋਕਾਂ ਦੀ ਆਵਾਜ਼ ਉਠਾਉਣੀ। ਆ ਲੋਕਾਂ ਦੀ ਆਵਾਜ਼ ਉੱਠੀ ਹੈ, ਕਾਨੂੰਨ ਬਣੇ ਰੱਦ ਹੋ ਜਾਣਾ ਤੁਹਾਡੇ ਸਾਹਮਣੇ। ਇਹੀ ਮੋਦੀ ਨੂੰ ਜਿਹੜੇ ਲੋਕ ਇਹ ਕਹਿੰਦੇ ਸੀ ਕਿ ਸੀਏ ਵੇਲੇ ਮੋਦੀ ਦਾ ਜੀ ਵਾਪਸ ਨਹੀਂ ਮੁੜਦਾ, ਨੋਟਬੰਦੀ ਕੀਤੀ ਮੋਦੀ ਵਾਪਸ ਨਹੀਂ ਜੀ ਮੁੜਦਾ, ਧਾਰਾ 370 ਉਡਾਤੀ ਮੋਦੀ ਨਹੀਂ ਜੀ ਵਾਪਸ ਮੁੜਦਾ, ਆ ਮੁੜਿਆ ਪਿਆ ਨਾ। ਜਦੋਂ ਜਨਤਾ ਉੱਠ ਕੇ ਸੜਕਾਂ ਤੇ ਆਈ ਹੈ ਮੁੜ ਪਿਆ। ਸੋ ਇਸ ਕਰਕੇ ਅਗਰ ਕੋਈ ਇਮਾਨਦਾਰੀ ਨਾਲ, ਇਹ ਵੀ ਮੈਂ ਕਲੀਅਰ ਕਰ ਦਿਆਂ, ਇੱਥੇ ਪਬਲਿਕ ਦਾ ਪ੍ਰੈਸ਼ਰ, ਪਬਲਿਕ ਇੰਨੀ ਇਮਾਨਦਾਰੀ ਨਾਲ ਲੜੀ ਹੈ ਜਿਹਦਾ ਮੈਂ ਕਹੂੰਗਾ ਕਿ ਬੇਤਹਾਸ਼ਾ ਲੋਕਾਂ ਦਾ ਪਿਆਰ ਮਿਲਿਆ, ਲੋਕਾਂ ਦਾ ਦ੍ਰਿੜ ਇਰਾਦਾ, ਲੋਕਾਂ ਦਾ ਸੰਕਲਪ ਸੀ ਕਿ ਅਸੀਂ ਇਹ ਅਗਰ 3 ਕਾਨੂੰਨ ਰੱਦ ਨਹੀਂ ਹੁੰਦੇ ਤਾਂ ਅਸੀਂ ਪਿੱਛੇ ਨਹੀਂ ਹਟ ਸਕਦੇ। ਇਹ ਉਹਦੇ ਚੋਂ ਰੱਦ ਹੋਏ ਨੇ। ਸੋ ਇਸ ਕਰਕੇ ਅੱਜ ਤੱਕ ਭਲਾ ਨਾ ਹੋ ਸਕਣ ਦਾ ਇੱਕ ਵੱਡਾ ਕਾਰਨ ਹੈ ਕਿ ਜਿੰਨਾ ਕੁ ਅਸੀਂ ਕਰਿਆ, ਸਾਡੇ ਤੇ ਦੋਸ਼ ਲੱਗਦੇ ਰਹੇ ਕਿ ਪੋਲੀਟੀਕਲ ਨੇ ਰਾਜਨੀਤੀ ਕਰਨਾ ਹੈ। ਆ ਮਗਰੋਂ ਚੱਕ ਕੇ ਸਾਡੇ 20-25 ਨੇ ਉਹ ਕੰਮ ਕਰਕੇ ਉਹਦੇ ਤੇ ਮੋਹਰ ਲਾ ਦੀ, ਹਾਂ ਤੁਸੀਂ ਜਿਹੜਾ ਕੋਈ ਕਹਿ ਰਹੇ ਹੋ ਬਿਲਕੁਲ ਠੀਕ ਹੈ, ਅਸੀਂ ਅੰਦੋਲਨਕਾਰੀ ਨਹੀਂ ਗਏ, ਅਸੀਂ ਤਾਂ ਪੋਲਿਟਿਕਸ ਕਰਨ ਵਾਲੇ ਲੋਕ ਹਾਂ। ਸੋ ਇਸ ਕਰਕੇ ਇਹੀ ਗੱਲ ਮਾਰਦੀ ਹੈ ਸਾਨੂੰ, ਜੇਕਰ ਅਸੀਂ ਦ੍ਰਿੜ ਇਰਾਦੇ ਨਾਲ ਪੋਲਿਟਿਕਸ ਤੋਂ ਬਾਹਰ ਰਹਿ ਕੇ ਲੋਕਾਂ ਦਾ ਇੱਕ ਪ੍ਰੈਸ਼ਰ ਗਰੁੱਪ ਬਣਾ ਕੇ ਚੱਲ ਗਏ ਤਾਂ ਮੈਨੂੰ ਯਕੀਨ ਹੈ ਕਿ ਅਸੀਂ ਸਰਕਾਰਾਂ ਦੇ ਨੱਥ ਪਾ ਸਕਦੇ ਹਾਂ। ਕੀ ਲੱਗਦਾ ਕਿ ਜਿੰਨਾ ਟਾਈਮ ਕਾਰਪੋਰੇਟ ਘਰਾਣੇ ਸਰਕਾਰਾਂ ਚਲਾਉਣਗੇ ਕਿ ਸਰਕਾਰਾਂ ਦੀ ਨੀਤੀ ਸਹੀ ਰਹੂਗੀ ਜਾਂ ਨਹੀਂ? ਦੇਖੋ, ਕਾਰਪੋਰੇਟ ਲੋਕਾਂ ਨੇ ਜਦੋਂ ਸਰਕਾਰਾਂ ਚਲਾਉਣੀਆਂ, ਪੈਸਾ ਖਰਚ ਕਰਨਾ ਹੈ ਤਾਂ ਇਹ ਸੁਭਾਵਿਕ ਗੱਲ ਹੈ ਕਿ ਸਰਕਾਰਾਂ ਨੂੰ ਹਮੇਸ਼ਾ ਉਧਰ ਨੂੰ ਝੁਕਾ ਕਰਨਾ ਪੈਣਾ ਜੀ, ਔਰ ਇਹ ਕਰਦੀਆਂ ਆਈਆਂ ਨੇ। ਜਿਹੜੀ ਮਰਜ਼ੀ ਆ ਜਾਏ ਪੋਲੀਟੀਕਲ ਪਾਰਟੀ ਝੁਕਾ ਉਧਰੇ ਰਹੇਗਾ। ਪਰ ਇੱਕ ਗੱਲ ਇਹ ਜ਼ਰੂਰ ਹੈ ਕਿ ਜਦੋਂ ਲੋਕਾਂ ਨੂੰ ਸਮਝ ਆ ਜਾਂਦੀ ਹੈ, ਐਤਕੀ ਤੁਸੀਂ ਅੱਖਾਂ ਦੇ ਸਾਹਮਣੇ ਦੇਖਿਆ ਰਿਲਾਇੰਸ ਵਾਲੇ, ਅਡਾਨੀ ਅੰਬਾਨੀ ਵਰਗੇ ਲੋਕ ਰਿੰਗ ਉੱਠੇ ਸੀਗੇ, ਦੁਹਾਈ ਪੈਟ ਉੱਠੇ ਸੀਗੇ ਵੀ ਅਸੀਂ ਨਹੀਂ ਕੁਝ ਕਰਦੇ, ਅਸੀਂ ਪਿੱਛੇ ਆ, ਸਾਡਾ ਇਹਦੇ ਨਾਲ ਕੋਈ ਮਤਲਬ ਨਹੀਂ, ਨਾ ਕਾਨੂੰਨਾਂ ਨਾਲ ਕੋਈ ਮਤਲਬ ਨਹੀਂ, ਹੁੰਦੀਆਂ ਰਹੀਆਂ ਨਾ ਗੱਲਾਂ ਜੀ। ਤਾਂ ਇਹਦਾ ਮਤਲਬ ਹੈ ਜਦੋਂ ਜਨਤਾ ਇਹਨਾਂ ਲੋਕਾਂ ਦੀ ਅਸਲੀਅਤ ਨੂੰ ਪਹਿਚਾਣੂਗੀ, ਇਹਨਾਂ ਦਾ ਵਿਰੋਧ ਕਰੇਗੀ, ਜਨਤਾ ਨੂੰ ਪਤਾ ਲੱਗਿਆ ਵੀ ਅਸਲ ਦੁਸ਼ਮਣ ਸਾਡੇ ਆ ਨੇ ਜਿਹੜੇ ਇਹਨਾਂ ਦੇ ਜ਼ਰੀਏ ਆਪਦੇ ਪੱਖ 'ਚ ਨੀਤੀਆਂ ਬਣਵਾ ਕੇ ਸਾਡਾ ਸਾਰਾ ਕੁਝ ਹੜੱਪਣਾ ਚਾਹੁੰਦੇ ਆ, ਉਸ ਵੇਲੇ ਲੋਕਾਂ ਦੀ ਲੜਾਈ ਸਿੱਧੀ ਸਰਮਾਏਦਾਰੀ ਇਹਨਾਂ ਕਾਰਪੋਰੇਟ ਲੋਕਾਂ ਨਾਲ ਔਰ ਇਹ ਪੋਲੀਟੀਕਲ ਲੋਕਾਂ ਨਾਲ ਇੱਕ ਧਿਰ ਬਣਾ ਕੇ ਇਹਨਾਂ ਨੂੰ ਠੱਲ ਕੇ ਲੜਾਈ ਲੜਨ ਦੀ ਲੋੜ ਪਏਗੀ ਔਰ ਉਸ ਤੋਂ ਬਾਅਦ ਹੀ ਸੁਧਾਰ ਹੋ ਸਕੇਗਾ। ਅਸੀਂ ਲੱਖ ਯਤਨ ਕਰ ਲਈਏ, ਅਸੀਂ ਜੇਕਰ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਗਿਆ ਕਿ ਅਸੀਂ ਜਿੰਨਾ ਖਿੱਤਾ ਲੜੇ ਆ, ਸਿਰਫ 90 MP ਅਗਰ ਇਮਾਨਦਾਰੀ ਨਾਲ ਸਾਰੇ ਸਾਡੇ ਜਿੱਤ ਜਾਂਦੇ ਤਾਂ ਕੇਵਲ 90 MP ਪਹੁੰਚਾ ਸਕਦੇ ਸੀ ਔਰ ਨਹੀਂ ਕੁਝ ਬਣਨਾ ਸੀ।
ਡੱਲੇਵਾਲ ਸਾਹਿਬ, ਪੰਜਾਬ ਦੇ ਵਿੱਚ ਜੇ ਆਪਾਂ ਕਹੀਏ, ਜਦੋਂ ਖੇਤੀ ਕਾਨੂੰਨ ਵਾਪਸ ਲੈ ਲਿਆ ਪ੍ਰਧਾਨ ਮੰਤਰੀ ਨੇ, ਉਸ ਤੋਂ ਬਾਅਦ ਲੋਕਾਂ ਦੇ ਵਿੱਚ ਤਾਂ ਹਲੇ ਅੱਗੇ ਜਾ ਕੇ ਪਤਾ ਲੱਗੂ, ਪਰ ਪੰਜਾਬ ਦੀ ਲੀਡਰਸ਼ਿਪ ਦੇ ਵਿੱਚ ਸਨ ਰੌਣ ਦੇ ਵਿੱਚ ਬੀਜੇਪੀ ਕਾਫੀ ਹੱਦ ਤੱਕ ਕਾਮਯਾਬੀ ਹਾਸਲ ਕਰਦੀ ਜਾਪ ਰਹੀ ਹੈ। ਜਿਹੜੇ ਲੀਡਰ ਬੀਜੇਪੀ 'ਚ ਜਾ ਰਹੇ ਆ, ਕੀ ਹੋਊਗਾ ਉਹਨਾਂ ਦਾ? ਦੇਖੋ, ਇਹ ਜਿਹੜੇ ਲੀਡਰ ਬੀਜੇਪੀ ਜਾ ਰਹੇ ਆ ਨਾ ਜੀ, ਇਹ ਤਾਂ ਬੜਾ ਸਪਸ਼ਟ ਹੈ ਕਿ ਚਲੇ ਜਾਣ। ਇਹਨਾਂ ਦਾ ਤਾਂ 1.5 ਸਾਲ ਪਹਿਲਾਂ, 2 ਸਾਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀਆਂ ਕਿਆਸ ਰਾਈਆਂ ਲੋਕ ਲਾਉਣ ਲੱਗ ਗਏ ਸੀਗੇ ਕਿ ਬੀਜੇਪੀ 'ਚ ਜਾਣਗੇ ਜੀ, ਔਰ ਇਹ ਉਹੀ ਖੇਮਾ ਜਿਹੜਾ ਉਧਰ ਨੂੰ ਜਾ ਰਿਹਾ ਹੈ। ਦੂਸਰੀ ਜਿਹੜੀ ਗੱਲ ਹੈ, ਇਹ ਇਹਨਾਂ ਦੀ ਇੱਕ ਬਹੁਤ ਵੱਡੀ ਭੁੱਲ ਆ ਵੀ ਸ਼ਾਇਦ ਬੀਜੇਪੀ 'ਚ ਜਾ ਕੇ ਅਸੀਂ, ਕਾਂਗਰਸ ਦਾ ਤਾਂ ਹੁਣ ਮਤਲਬ ਗ੍ਰਾਫ ਡਿੱਗ ਪਿਆ, ਸ਼ਾਇਦ ਅਸੀਂ ਬੀਜੇਪੀ ਦੇ ਵਿੱਚ ਜਾ ਕੇ ਕੋਈ ਵੱਡੇ ਅਨਾਉਂਸਮੈਂਟ ਕਰਵਾ ਕੇ ਜਾਂ ਜਿਵੇਂ ਕਾਨੂੰਨਾਂ ਦਾ ਆਸਰਾ ਲੈ ਕੇ ਅਸੀਂ ਕੋਈ ਵੋਟਾਂ ਹਾਸਲ ਕਰ ਲਾਂਗੇ। ਇਹ ਇੱਕ ਬਹੁਤ ਵੱਡੇ ਵਹਿਮ 'ਚ ਨੇ, ਭੁਲੇਖੇ 'ਚ ਨੇ। ਤੁਸੀਂ ਦੇਖਿਓ ਲੋਕ ਇਹਨਾਂ ਦਾ ਹਾਲ ਕੀ ਕਰਦੇ ਆ। ਇੱਕ ਬਲਵਿੰਦਰ ਲਾਡੀ ਜਿਹੜਾ ਗਿਆ ਸੀਗਾ, ਲੋਕਾਂ ਨੇ, ਤੁਸੀਂ ਕੱਲ ਦੀਆਂ ਉਹਦੀਆਂ ਇੰਟਰਵਿਊ ਸੁਣ ਰਹੇ ਹੋਗੇ ਜੀ, ਪਹਿਲਾਂ ਉਧਰ ਗਿਆ, 4-5 ਦਿਨ ਰਿਹਾ ਉਧਰ, ਮੁੜ ਦੁਬਾਰਾ ਲੋਕਾਂ ਨੇ ਆਪਦੇ ਦਬਾਅ ਨਾਲ, ਆਪਦੇ ਜ਼ੋਰ ਨਾਲ ਪਬਲਿਕ ਨੇ ਮੋੜ ਕੇ ਲਿਆਂਦਾ ਹੈ। ਮੰਨ ਰਿਹਾ, ਰਾਤ ਮੈਂ ਸੁਣੀ ਉਹਨਾਂ ਦੀ ਮਤਲਬ ਜਿਹੜੀ ਆਪਣੀ ਇੱਕ ਵੀਡੀਓ 'ਚ ਬੋਲ ਰਿਹਾ, ਉਹ ਕਿਸੇ ਪੱਤਰਕਾਰ ਨਾਲ ਗੱਲਬਾਤ ਕਰਦਾ, ਤਾਂ ਉਹ ਜੋ ਸਪਸ਼ਟ ਮੰਨ ਰਿਹਾ ਵੀ ਮੇਰੇ ਤੇ ਲੋਕਾਂ ਨੇ ਦਬਾਅ ਪਾਇਆ ਤੇ ਮੈਨੂੰ ਮਜਬੂਰ ਕੀਤਾ। ਆਹ ਦੇਖੋ ਸ਼ਬਦ, ਮੈਨੂੰ ਮਜਬੂਰ ਕੀਤਾ। ਇਹਨਾਂ ਬੰਦਿਆਂ ਦੇ ਪੋਲਿਟਿਕਸ ਕਰਨ ਵਾਲੇ ਲੋਕ ਜਿੰਨੇ ਹੁੰਦੇ ਨੇ, ਸਾਰਿਆਂ ਦੇ ਮਿੱਤਰੋ ਹੱਥ ਸਾਫ਼ ਨਹੀਂ ਹੁੰਦੇ ਜੀ, ਸਾਰੇ ਦੁੱਧ ਧੋਤੇ ਨਹੀਂ ਹੁੰਦੇ। ਸਰਕਾਰ ਪ੍ਰੈਸ਼ਰ ਕਰ ਲੈਂਦੀ ਹੈ, ਪ੍ਰੈਸ਼ਰਾਈਜ਼ ਕਰ ਲੈਂਦੀ ਹੈ ਬੰਦਿਆਂ ਨੂੰ, ਪਰ ਉੱਪਰ ਸੈਂਟਰ ਦੇ ਵਿੱਚ ਉਹ ਬੈਠੇ ਨੇ, ਉਹਨਾਂ ਨੂੰ ਪਤਾ ਵੀ 2 ਸਾਲ ਹਜੇ ਉਹਨਾਂ ਦੇ ਹੋਰ ਹੈਗੇ ਨੇ। ਹੋ ਸਕਦਾ ਉਹਨਾਂ ਦਾ ਕੋਈ ਪ੍ਰੈਸ਼ਰ ਹੋਵੇ ਜਾਂ ਲਾਲਚ ਹੋਵੇ। ਡੱਲੇਵਾਲ ਸਾਹਿਬ, ਤੁਸੀਂ ਜ਼ਮੀਨ ਨਾਲ ਜੁੜੇ ਹੋਏ ਹੋ, ਲੋਕਾਂ 'ਚ ਵਿਚਰਦੇ ਹੋ, ਬੜਾ ਲੰਬਾ ਟਾਈਮ ਉੱਥੇ ਮੋਰਚੇ 'ਚ ਤੁਸੀਂ ਸਟਾਰਟਿੰਗ ਤੋਂ ਲੈ ਕੇ ਹੁਣ ਤੱਕ ਵੀ ਤੁਸੀਂ ਲੋਕਾਂ ਦੇ ਵਿੱਚ ਜਾਂਦੇ ਹੋ, ਅੱਗੇ ਵਧਾ ਰਹੇ ਹੋ ਮੋਰਚੇ ਨੂੰ। ਕੀ ਲੱਗਦਾ ਜਿਹੜੀਆਂ ਜਥੇਬੰਦੀਆਂ ਨੇ ਚੋਣ ਲੜਨ ਦਾ ਫੈਸਲਾ ਕਰ ਲਿਆ, ਉਹਨਾਂ ਦਾ ਚੋਣਾਂ ਵਿੱਚ ਕੀ ਬਣੂਗਾ? ਦੇਖੋ, ਚੋਣਾਂ 'ਚ ਬਣੇ ਉਹਨਾਂ ਦਾ ਕੁਝ ਨਾ ਬਣੇ ਗੱਲ ਵੱਖਰੀ ਹੈ, ਲੇਕਿਨ ਇਹ ਜ਼ਰੂਰ ਹੈ ਕਿ ਮੋਰਚੇ ਨੂੰ ਇੱਕ ਵਾਰੀ ਵੱਡੀ ਢਾਲ ਆ ਗਈ ਹੋਵੇ, ਕਿਉਂਕਿ ਅਸੀਂ ਅਨਾਉਂਸਮੈਂਟ ਕਰਦੇ ਰਹੇ ਹਾਂ, ਸਾਡਾ ਹੋਕਾ ਸੀ ਇਹ ਕਿ ਸੰਯੁਕਤ ਕਿਸਾਨ ਮੋਰਚਾ ਨਾਨ ਪੋਲੀਟੀਕਲ ਹੈ, ਅਸੀਂ ਨਾਨ ਪੋਲੀਟੀਕਲ ਰਹਾਂਗੇ ਜੀ, ਔਰ ਬਿਲਕੁਲ ਜਿੰਨਾ ਚਿਰ ਅਸੀਂ ਸਾਰੀਆਂ ਲੜਾਈਆਂ ਜਿੱਤ ਨਹੀਂ ਲੈਂਦੇ, ਸਾਰੀਆਂ ਮੰਗਾਂ ਪ੍ਰਾਪਤ ਨਹੀਂ ਕਰ ਲੈਂਦੇ, ਉਨੀ ਦੇਰ ਤੱਕ ਸਾਡਾ ਸਾਰਿਆਂ ਦਾ ਇੱਕ ਅਸੀਂ ਕਮਿਟਮੈਂਟ ਸੀ ਸਾਡਾ ਕਿ ਅਸੀਂ ਬਿਲਕੁਲ ਰਾਜਨੀਤੀ ਵੱਲ ਨਹੀਂ ਜਾਵਾਂਗੇ। ਔਰ ਉਹਦੇ ਵਿੱਚ ਜਾ ਕੇ ਇੱਕ ਤਾਂ ਉਹ ਸਾਡਾ ਜਿਹੜਾ ਵਾਅਦਾ ਸੀਗਾ ਉਹ ਤੋੜਿਆ। ਦੂਸਰੀ ਗੱਲ ਹੈ ਕਿ ਸਰਕਾਰ ਨੂੰ ਸਾਡੇ ਤੇ ਉਂਗਲਾਂ ਚੱਕਣ ਦਾ ਮੌਕਾ ਦਿੱਤਾ। ਤੀਸਰੀ ਗੱਲ ਹੈ ਕਿ ਸਰਕਾਰ ਦੇ ਦਿਮਾਗ 'ਚ ਇੱਕ ਭੁਲੇਖਾ ਪੈ ਗਿਆ ਕਿ ਪੰਜਾਬ ਦੇ ਵਿੱਚੋਂ 22-23 ਜਥੇਬੰਦੀਆਂ ਤਾਂ ਨਿਕਲ ਕੇ ਪੋਲੀਟੀਕਲ ਦੇ ਵਿੱਚ ਲਾਈਨ 'ਚ ਚਲੀਆਂ ਗਈਆਂ ਜੀ, ਇਹ ਹੁਣ ਰਹਿ ਕਿਹੜੀਆਂ ਗਈਆਂ, ਕੀ ਕਰਨਗੇ ਇਹ? ਹੁਣ ਇਹ ਪੰਜਾਬ ਦੇ ਲੋਕਾਂ ਦੀ ਜ਼ਿੰਮੇਵਾਰੀ ਬਣੇਗੀ ਕਿ ਜਿਹੜੀਆਂ ਬਾਕੀ ਜਥੇਬੰਦੀਆਂ ਐਸਕੇਐਮ ਦਾ ਹਿੱਸਾ ਹੈ, ਉਹਨਾਂ ਨੂੰ ਤਕੜੇ ਹੋ ਕੇ ਉਹਨਾਂ ਦੇ ਨਾਲ ਖੜ ਕੇ ਅੱਗੇ ਨਾਲੋਂ ਵੱਡੀ ਗਿਣਤੀ ਪੰਜਾਬ ਦੀ ਇਸ ਅੰਦੋਲਨ ਦੇ ਵਿੱਚ ਸ਼ਮੂਲੀਅਤ ਨਜ਼ਰ ਆਏਗੀ, ਤਾਂ ਜਾ ਕੇ ਉਹਨਾਂ ਦਾ ਭੁਲੇਖਾ ਦੂਰ ਹੋਣਾ ਹੈ ਸੈਂਟਰ ਸਰਕਾਰ ਦਾ, ਤੇ ਤਾਂ ਹੀ ਸਾਡਾ ਦਬਾਅ ਬਣੇਗਾ। ਲੜਾਈ ਹਜੇ ਲੜਨੀ ਪੈਣੀ ਹੈ, ਐਮਐਸਪੀ ਦੀ ਲੜਾਈ ਬਾਕੀ ਹੈ, ਲਖੀਮਪੁਰ ਵਾਲੇ ਕਾਂਡ ਦੀ ਲੜਾਈ ਬਾਕੀ ਹੈ, ਅੰਦਰ ਖੜੇ ਟਰੈਕਟਰ ਬਾਹਰ ਕਢਾਉਣ ਦੀ ਲੜਾਈ ਬਾਕੀ ਹੈ, ਉਹ ਹਜੇ ਲੜਨੀ ਬਾਕੀ ਹੈ। ਪਰ ਇਸ ਦੇ ਬਾਵਜੂਦ ਜੇ ਆਪਾਂ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਜਿਹੜੇ ਵੋਟਰ ਹੈ ਤੁਹਾਡੇ ਨਾਲ ਵੀ ਜੁੜੇ ਹੋਏ ਨੇਗੇ, ਜਿਹੜੇ ਹੋਰ ਨਾਲ ਜਥੇਬੰਦੀਆਂ ਨਾਲ ਵੀ ਜੁੜੇ ਆ, ਪਰ ਤੁਸੀਂ ਚੋਣਾਂ ਨਹੀਂ ਲੜ ਰਹੇ, ਫਿਰ ਉਹ ਕਿਸੇ ਨਾ ਕਿਸੇ ਪਾਰਟੀ ਦੀ ਬੁੱਕਲ ਦੇ ਵਿੱਚ ਜਾ ਕੇ ਬੈਠਣਗੇ, ਤਾਕਤ ਉਹਨਾਂ ਕੋਲੇ ਆਊਗੀ। ਰਵਾਇਤੀ ਪਾਰਟੀਆਂ ਉਹੀ ਕੁਝ ਕਰ ਰਹੀਆਂ, ਜਿਹੜੇ ਪੰਜਾਬ ਦੇ ਸਰੋਤ ਹੈ, ਜਿਹੜੇ ਪੰਜਾਬ ਦਾ ਕੁਦਰਤੀ ਚੀਜ਼ਾਂ, ਉਹਨਾਂ ਨੂੰ ਬਰਬਾਦੀ ਕੀਤੀ ਜਾ ਰਹੀ ਹੈ। ਪਰ ਇਸ ਦੇ ਬਾਰੇ ਜਥੇਬੰਦੀਆਂ ਦਾ ਜਿਹੜੀਆਂ ਚੋਣਾਂ ਲੜਨ ਤੋਂ ਬਾਅਦ ਕੀ ਫੈਸਲਾ ਹੋਏਗਾ ਚੋਣਾਂ ਦੇ ਮੁਤਲਕ? ਦੇਖੋ, ਚੋਣਾਂ ਦੇ ਮੁਤਲਕ ਦੂਸਰੀਆਂ ਜਥੇਬੰਦੀਆਂ ਦੀ ਤਾਂ ਮੈਂ ਗੱਲ ਨਹੀਂ ਕਰ ਸਕਦਾ, ਲੇਕਿਨ ਸਾਡੀ ਜਥੇਬੰਦੀ ਦਾ ਫੈਸਲਾ ਬੜਾ ਕਲੀਅਰ ਹੈ ਕਿ ਲੋਕ ਵੋਟ ਪਾਉਣ ਲਈ ਇੰਡੀਪੈਂਡੈਂਟ ਹੈ, ਜਿਹਨੂੰ ਮਰਜ਼ੀ ਵੋਟ ਪਾਉਣ, ਕੋਈ ਕਿਸੇ ਨੂੰ ਨਹੀਂ ਕਹੇਗਾ ਕਿ ਫਲਾਣੇ ਨੂੰ ਵੋਟ ਪਾਓ। ਸੈਕੰਡ ਗੱਲ ਹੈ ਕਿ ਲੋਕ ਮੁੱਦੇ ਸਮਝ ਗਏ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਕਿ ਸਾਨੂੰ ਰੁਜ਼ਗਾਰ ਚਾਹੀਦਾ ਹੈ, ਸਾਡਾ ਨੌਜਵਾਨ, ਸਾਡਾ ਵਿਅਕਤੀ, ਸਾਡਾ ਬੱਚਾ ਪੜ੍ਹਦਾ, ਪੜ੍ਹਨ ਤੋਂ ਬਾਅਦ ਕੋਈ ਬੱਚਾ IAS IPS ਕਰਨਾ ਨਹੀਂ ਪਸੰਦ ਕਰਦਾ, ਆਈਲੈਟਸ ਕਰਕੇ ਬਾਹਰ ਜਾਣਾ ਪਸੰਦ ਕਰਦਾ ਹੈ।
ਬਿਲਕੁਲ ਅਗਰ ਜੀ। ਰੁਜ਼ਗਾਰ ਪੰਜਾਬ ਦੇ ਵਿੱਚ ਖੁੱਲੇ, ਰੁਜ਼ਗਾਰ ਦੇ ਰਸਤੇ ਖੁੱਲਣ, ਤਾਂ ਮੈਂ ਦਾਅਵੇ ਨਾਲ ਗੱਲ ਕਰਦਾ ਕਿ ਸਾਡਾ ਦਿਮਾਗ, ਸਾਡੇ ਸਮਝਦਾਰ, ਸਾਡੇ ਪੜ੍ਹੇ ਲਿਖੇ ਬੱਚੇ ਬਾਹਰ ਜਾਣ ਦੀ ਬਜਾਏ ਇੱਥੇ ਰੁਕਣਗੇ। ਦੂਸਰੀ ਗੱਲ ਹੈ ਕਿ ਪੰਜਾਬ ਦੇ ਅੰਦਰ ਸਿਹਤ ਸਹੂਲਤਾਂ ਦਾ ਕੀ ਬੁਰਾ ਹਾਲ ਹੈ ਜੀ। ਇਹ ਸਾਰੇ ਪੋਲੀਟੀਕਲ ਲੋਕ ਨੇ ਜਿਹੜੇ, ਜਾਂ ਸਾਡੇ ਵਾਲੇ ਵੀ ਜਿਹੜੇ ਅੱਜ ਮੈਦਾਨ 'ਚ ਉਤਰੇ ਹੈ, ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ, ਲੋਕ ਪੁੱਛਣ ਇਹਨਾਂ ਤੋਂ, ਇਹ ਸਵਾਲ ਲੋਕਾਂ ਦੇ ਵਾਸਤੇ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਇੱਕ ਸਾਡੀ ਐਜੂਕੇਸ਼ਨ ਦਾ ਬੇੜਾ ਗਰਕ ਕਿਸ ਤਰੀਕੇ ਨਾਲ ਕੀਤਾ ਗਿਆ। ਸਾਡੇ ਬੱਚਿਆਂ ਲਈ ਇਹ ਕਹਿਤਾ ਕਿ 10ਵੀਂ ਤੱਕ ਬੱਚਾ ਫੇਲ ਹੀ ਨਹੀਂ ਕਰਨਾ। ਹੁਣ ਜਿਹੜੇ ਬੱਚੇ ਨੂੰ ਐਗਜ਼ਾਮ ਦਾ ਦਬਾਅ ਨਹੀਂ, ਉਹ ਬੱਚਾ ਕਿਤਾਬ ਹੀ ਨਹੀਂ ਚੱਕੇਗਾ, ਪੜ੍ਹੇਗਾ ਨਹੀਂ, ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਜੀ। ਇਸੇ ਤਰ੍ਹਾਂ ਸਾਡੇ ਵੱਡੀ ਪੱਧਰ ਦੇ ਉੱਤੇ ਐਜੂਕੇਸ਼ਨ ਦਾ ਬੇੜਾ ਗਰਕ ਕੀਤਾ, ਸਾਡੀਆਂ ਸਿਹਤ ਸਹੂਲਤਾਂ ਗਈਆਂ ਸਾਡੇ ਕੋਲੋਂ, ਸਾਡੇ ਰੁਜ਼ਗਾਰ ਦੇ ਸਾਧਨ ਕੋਈ ਨਹੀਂ ਰਹੇ। ਉਹਨਾਂ ਸਾਰੇ ਮੁੱਦਿਆਂ ਨੂੰ ਉਠਾਉਣ ਦੀ ਲੋੜ ਹੈ। ਕਰਪਸ਼ਨ ਵੱਡਾ ਮੁੱਦਾ ਹੈ ਦੇਸ਼ ਦੇ ਅੰਦਰ। ਉਹਨਾਂ ਮੁੱਦਿਆਂ ਦੇ ਉੱਤੇ ਲੋਕਾਂ ਨੂੰ, ਇਹਨਾਂ ਲੋਕਾਂ ਦੇ ਕੋਲੋਂ ਐਫੀਡੇਵਿਟ ਲੈਣੇ ਚਾਹੀਦੇ ਆ। ਐਫੀਡੇਵਿਟ ਲੈਣ ਕਿ ਜਿਹੜਾ ਵੀ ਆਦਮੀ ਸਾਡੇ ਨਾਲ ਕਮਿਟਮੈਂਟ ਕਰਕੇ ਜਾਣ ਕਿ ਕਿੰਨੇ ਟਾਈਮ ਦੇ ਵਿੱਚ ਅਸੀਂ ਤੁਹਾਡੇ ਮਸਲਿਆਂ ਦਾ ਹੱਲ ਕਰਾਂਗੇ, ਆਹ ਗੱਲਾਂ ਜਿਹੜੀਆਂ ਅਸੀਂ ਪੂਰਨ ਤੌਰ ਦੇ ਉੱਤੇ ਹੱਲ ਕਰ ਦਿਆਂਗੇ, ਤਾਂ ਉਹਨਾਂ ਨੂੰ ਵੋਟਾਂ ਲੋਕ ਪਾਉਣ ਲਈ ਆਜ਼ਾਦ ਨੇ। ਅਸੀਂ ਹੋ ਸਕਦਾ ਹੈ ਗਲਤ ਬੰਦੇ ਦਾ ਫੈਸਲਾ ਕਰ ਲਈਏ, ਹਰ ਵੋਟਰ ਉਹਨੂੰ ਵੋਟ ਪਾਉਣ ਦਾ ਰਾਈਟ ਦਿੱਤਾ ਹੈ ਸਾਡੇ ਸੰਵਿਧਾਨ ਨੇ, ਉਹ ਆਪਦੀ ਆਜ਼ਾਦੀ ਨਾਲ ਵੋਟ ਪਾਵੇ। ਡੱਲੇਵਾਲ ਸਾਹਿਬ ਇੱਕ ਗੱਲ ਜ਼ਰੂਰ ਦੱਸਿਓ, ਕਦੇ ਰਾਜੇਵਾਲ ਸਾਹਿਬ ਨਾਲ ਉਸ ਤੋਂ ਬਾਅਦ ਕਿਤੇ ਗੱਲ ਹੋਈ ਫੋਨ ਤੇ ਜਾਂ ਕੋਈ ਮੀਟਿੰਗ ਹੋਈ? ਦੇਖੋ ਗੱਲ ਇਹ ਹੈ, ਰਾਜੇਵਾਲ ਸਾਹਿਬ ਨੇ ਤਾਂ ਮੇਰੇ ਤੇ ਦੋਸ਼ ਲਾਤਾ, ਕਹਿੰਦਾ ਇਹ ਤਾਂ ਮਤਲਬ ਆਰਐਸਐਸ ਦੇ ਜੀ। ਹਾਂ ਦੇਖੋ, ਸੱਚੀ ਗੱਲ ਕਰਨੀ ਜਾਂ ਮੋਰਚਾ, ਜਿਹੜੇ ਹਾਲਾਤਾਂ ਦੇ ਵਿੱਚ ਮੋਰਚਾ ਲਿਆ ਕੇ ਰਾਜੇਵਾਲ ਸਾਹਿਬ ਹੋਰਿਆਂ ਨੇ ਹੱਲਤਾ ਸੀ ਕਿ ਅਸੀਂ ਇੱਕ ਕਾਨੂੰਨ ਰੱਦ ਕਰ ਦਿਓ ਜੀ, ਇੱਕ ਤੇ ਕਮੇਟੀ ਬਣਾ ਦਿਓ, ਇੱਕ ਨੂੰ ਸਟੇਟ ਤੇ ਛੱਡ ਦਿਓ, ਇਹੋ ਜਿਹੇ ਫੈਸਲਾ ਅਸੀਂ ਸਾਨੂੰ ਮਨਜ਼ੂਰ ਨਹੀਂ ਸੀ, ਕਿਉਂਕਿ ਅਸੀਂ ਵੀ ਉੱਥੇ ਲਗਭਗ ਪਹਿਲੇ ਦਿਨ ਤੋਂ 2500 ਦੇ ਕਰੀਬ ਟਰੈਕਟਰ ਟਰਾਲੀ ਲੈ ਕੇ ਉੱਥੇ ਬੈਠੇ ਆ ਜੀ। ਜਿਹੜੀ ਜਥੇਬੰਦੀ 2500 ਟਰੈਕਟਰ ਟਰਾਲੀ ਲਈ ਬੈਠੀ ਹੈ, ਉਹ ਜਿਹਾ ਘਟੀਆ ਫੈਸਲਾ ਅਗਰ ਉੱਥੇ ਹੁੰਦਾ ਹੈ ਔਰ ਅਸੀਂ ਉਹਦੇ ਵਿੱਚ ਬੈਠੇ ਆ, ਤਾਂ ਸਾਨੂੰ ਲੋਕ ਮਾਫ ਨਹੀਂ ਕਰਨਗੇ। ਤਾਂ ਅਸੀਂ ਉਹਦਾ ਡਟ ਕੇ ਵਿਰੋਧ ਕੀਤਾ ਹੈ ਜੀ। ਔਰ ਉਸ ਵਿਰੋਧ ਦੇ ਵਿੱਚੋਂ ਫਿਰ ਉਹਨਾਂ ਨੇ ਆਰਐਸਐਸ ਵੀ ਕਹਿਣਾ ਸ਼ੁਰੂ ਕੀਤਾ। ਫਿਰ ਉਸ ਤੋਂ ਬਾਅਦ ਜਦੋਂ ਐਮਐਸਪੀ ਦੀ ਗਰੰਟੀ ਦੇ ਮਾਮਲੇ ਦੀ ਗੱਲ ਆਈ, ਅਦਰ ਸਟੇਟਾਂ ਨੂੰ ਛੱਡ ਕੇ ਭੱਜਣ ਦੀ ਜਦੋਂ ਗੱਲ ਚੱਲਦੀ ਸੀ, ਉਦੋਂ ਵੀ ਇਹ ਵੀਰਾਂ ਨੇ ਮਤਲਬ ਬੜਾ ਜ਼ੋਰ ਲਾਇਆ, ਸਪਸ਼ਟ ਕਹਿਤਾ ਕਿ ਅੱਜ ਤਾਂ ਜੀ ਲੋਕ ਥੱਕ ਗਏ, ਆਪਾਂ ਚਲੋ ਲੈ ਕੇ ਚੱਲੀਏ। ਅਦਰ ਸਟੇਟਾਂ ਨੂੰ ਭਰੋਸੇ 'ਚ ਲੈ ਤੋਂ ਬਿਨਾਂ ਅਸੀਂ ਉੱਥੋਂ ਅਗਰ ਉੱਠ ਕੇ ਆਉਂਦੇ, ਤੁਸੀਂ ਮੈਨੂੰ ਇਮਾਨਦਾਰੀ ਨਾਲ ਦੱਸਿਓ, ਬਾਹਰ ਬੈਠੇ ਹੋ ਤੁਸੀਂ, ਪੱਤਰਕਾਰਤਾ ਦੀ ਲਾਈਨ ਦੇ ਆਦਮੀ ਹੋ ਜੀ, ਅਗਰ ਅਸੀਂ ਉੱਥੋਂ ਅਦਰ ਸਟੇਟਾਂ ਨੂੰ ਛੱਡ ਕੇ ਆ ਜਾਂਦੇ, ਤਾਂ ਪੰਜਾਬ ਦੀ, ਪੰਜਾਬੀਆਂ ਦੀ ਤੇ ਸਾਡੀ ਪੱਗ ਦੀ ਕੀ ਆਨ ਸ਼ਾਨ ਦੇ ਉੱਤੇ ਸਵਾਲ ਨਹੀਂ ਉੱਠਣੇ ਸੀ। ਔਰ ਉਹ ਪੰਜਾਬੀਆਂ ਦੀ ਆਨ ਸ਼ਾਨ ਨੂੰ ਕਾਇਮ ਰੱਖਣ ਲਈ ਇਹਦਾ ਵਿਰੋਧ ਕੀਤਾ, ਇਸ ਫੈਸਲੇ ਦਾ ਕਿ ਫੈਸਲਾ ਤੁਸੀਂ ਗਲਤ ਕਰ ਰਹੇ ਹੋ, ਤਾਂ ਤੁਸੀਂ ਤਾਂ ਪੰਜਾਬੀਆਂ ਨੂੰ ਮਤਲਬ ਗਲਤ ਲਾਈਨ ਦੇ ਵਿੱਚ ਖੜੇ ਕਰ ਦੋਗੇ। ਜਿਹੜਾ ਅੱਜ ਲੋਕ ਪੰਜਾਬੀਆਂ ਨੂੰ ਸਰਦਾਰ ਕਹਿੰਦੇ ਨੇ, ਲਾਣੇ ਦੇ ਮੋਹਰੀ ਕਹਿੰਦੇ ਨੇ, ਅੰਦੋਲਨ ਦੇ ਮੁਖੀ ਮੰਨੀ ਬੈਠੇ ਆ, ਉਹ ਸਾਡੇ ਦਿਲ ਉੱਤੇ ਕਿਵੇਂ ਵਿਸ਼ਵਾਸ ਕਰਨਗੇ ਜੀ। ਤੋਂ ਇਸ ਕਰਕੇ ਇਹ ਦੋ ਫੈਸਲਿਆਂ ਦੇ ਉੱਤੇ ਜਦੋਂ ਮੇਰਾ ਵਿਰੋਧ ਹੋਇਆ, ਉਹਦੇ ਚੋਂ ਫਿਰ ਇਹਨਾਂ ਨੇ ਮਤਲਬ ਹਾ ਕੱਢਣੇ ਸ਼ੁਰੂ ਕਰ ਲਏ ਕਿ ਜੀ ਡੱਲੇਵਾਲ ਤਾਂ ਮਤਲਬ ਆਰਐਸਐਸ ਦਾ ਬੰਦਾ ਹੈ। ਤੋਂ ਮੈਂ ਤਾਂ ਕਿਹਾ ਰਾਜੇਵਾਲ ਸਾਹਿਬ ਨੂੰ ਵੀ ਤੁਸੀਂ ਭਾਈ ਸਿੱਧ ਕਰੋ, ਹੁਣ ਜੇ ਡੱਲੇਵਾਲ ਆਰਐਸਐਸ ਦਾ ਬੰਦਾ ਹੈ ਤਾਂ ਸਿੱਧ ਕਰਨਾ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ। ਨਹੀਂ ਤਾਂ ਜਿਸ ਕਾਰਨ ਤੁਸੀਂ ਆਰਐਸਐਸ ਦਾ ਬੰਦਾ ਡੱਲੇਵਾਲ ਨੂੰ ਕਹਿ ਰਹੇ ਹੋ, ਉਸ ਸੰਗਠਨ ਦੀਆਂ ਤੁਸੀਂ ਵੀ ਪ੍ਰੈਸ ਕਾਨਫਰੰਸਾਂ ਨੂੰ ਐਡਰੈਸ ਕੀਤਾ ਹੈ। ਕਹਿੰਦੇ ਆ ਕਿ ਡੱਲੇਵਾਲ ਉਹਨਾਂ ਦੇ ਮੀਤ ਪ੍ਰਧਾਨ ਨੇ। ਉਹਨਾਂ ਨੂੰ ਪਹਿਲੀ ਤਾਂ ਮੈਂ ਇਹੀ ਬੇਨਤੀ ਕਰਦਾ ਨਾ ਜੀ, ਉਹ ਜਿਹੜਾ ਸੰਗਠਨ ਹੈ, ਉਸ ਸੰਗਠਨ ਦੇ ਮੇਰੇ ਤੋਂ ਪਹਿਲਾਂ ਮੈਂਬਰ ਇਹਨੇ, ਮੈਂ ਸਭ ਤੋਂ ਪਹਿਲੀ ਮੀਟਿੰਗ ਪ੍ਰਧਾਨ ਬਣਨ ਤੋਂ ਬਾਅਦ ਮੁਰਾਦਾਬਾਦ ਦੀ ਮੀਟਿੰਗ ਅਟੈਂਡ ਕਰਨ ਗਿਆ ਹੈ। ਉਸ ਮੀਟਿੰਗ ਦੇ ਮੁੱਖ ਮਹਿਮਾਨ ਰਾਜੇਵਾਲ ਸਾਹਿਬ ਨੇ, ਮੁੱਖ ਬੁਲਾਰੇ ਰਾਜੇਵਾਲ ਸਾਹਿਬ ਨੇ। ਉਸ ਮੀਟਿੰਗ ਦੀ ਪ੍ਰੈਸ ਕਾਨਫਰੰਸ ਨੂੰ ਐਡਰੈਸ ਰਾਜੇਵਾਲ ਸਾਹਿਬ ਕਰ ਰਹੇ ਨੇ। ਤਾਂ ਫਿਰ ਮੇਰਾ ਸਵਾਲ ਰਾਜੇਵਾਲ ਸਾਹਿਬ ਤੇ ਹੈ ਕਿ ਉਸ ਸੰਗਠਨ ਦਾ ਅਗਰ ਮੈਂਬਰ ਹੋਣ ਦੇ ਨਾਤੇ, ਮੇਰੀ ਜਥੇਬੰਦੀ ਮੈਂਬਰ ਹੋਣ ਦੇ ਨਾਤੇ, ਅਗਰ ਅਸੀਂ ਆਰਐਸਐਸ ਹੈ, ਤਾਂ ਫਿਰ ਤੁਸੀਂ ਕਿੱਧਰਲੇ ਦੇਸ਼ ਭਗਤ ਹੋ ਗਏ, ਤੁਸੀਂ ਕਿੱਧਰਲੇ ਆਪਣੇ ਆਪ ਨੂੰ ਕਹਿ ਰਹੇ ਹੋ ਕਿ ਅਸੀਂ ਗੁਰਸਿੱਖ ਹਾਂ। ਸੋ ਮੇਰਾ ਮਤਲਬ ਗੱਲ ਕਰਨ ਦਾ ਕਿ ਇਹਨਾਂ ਨੇ ਅਜਿਹਾ ਕੁਝ ਕਰਿਆ, ਮੇਰੀ ਤਾਂ ਜਥੇਬੰਦੀ ਇੰਨੀ ਨਾਰਾਜ਼ ਹੋਈ, ਮੈਂ ਰੋਕਿਆ। ਇਹਨਾਂ ਨੇ ਬੜਾ ਗੁੱਸੇ ਸੀਗੇ ਬੰਦੇ ਸਾਡੇ
ਕਿ ਜੀ ਅਸੀਂ ਰਾਜੇਵਾਲ ਦੇ ਪੁਤਲੇ ਫੂਕਾਂਗੇ। ਉਹ ਮੈਂ ਕਿਹਾ ਯਾਰ ਨਾ ਕਰੋ ਇਹ ਕੰਮ, ਆਪਾਂ ਮਸਾਂ ਹਜੇ ਲੜਾਈ ਆਪਣੀ ਬਾਕੀ ਹੈ ਆਉਣ ਵਾਲੇ। ਤੇ ਮੇਰਾ ਤਾਂ ਸਾਰਾ ਸੰਗਠਨ ਮੇਰੇ ਨਾਲ ਇਸ ਗੱਲ ਤੇ ਨਾਰਾਜ਼ ਹੈ ਕਿ ਤੂੰ ਸਾਨੂੰ ਕੁਝ ਕਰਨ ਨਹੀਂ ਦਿੰਦਾ, ਸਾਨੂੰ ਬੋਲਣ ਨਹੀਂ ਦਿੰਦਾ, ਅਸੀਂ ਇਹਨੂੰ ਜਵਾਬ ਦੇਣੇ ਆ, ਅਸੀਂ ਇਹਦਾ ਵਿਰੋਧ ਕਰਨਾ ਹੈ। ਤੇ ਜਿਹਦਾ ਸੰਗਠਨ ਇਹਨਾਂ ਨਾਰਾਜ਼ ਹੋਵੇ ਉਹ ਬੰਦਾ ਬੜਾ ਕਸੂਤਾ ਫਸ ਜਾਂਦਾ ਹੈ। ਵੈਸੇ ਰਾਜੇਵਾਲ ਸਾਹਿਬ ਸਾਡੇ ਸਤਿਕਾਰਯੋਗ ਨੇ, ਅਸੀਂ ਰਿਸਪੈਕਟ ਕਰਦੇ ਹਾਂ, ਪਰ ਸੰਗਠਨ ਨੂੰ ਨਾਲ ਲੈ ਕੇ ਚੱਲਣਾ ਵੀ ਸਾਡੀ ਇੱਕ ਲੋੜ ਹੈ। ਇਸ ਕਰਕੇ ਮੇਰੀ ਉਸ ਤੋਂ ਬਾਅਦ ਰਾਜੇਵਾਲ ਸਾਹਿਬ ਨਾਲ ਕੋਈ ਗੱਲ ਨਹੀਂ। ਜੇ ਆਉਣ ਵਾਲੇ ਦਿਨਾਂ ਦੇ ਵਿੱਚ ਰਾਜੇਵਾਲ ਸਾਹਿਬ ਜਿਹੜੀਆਂ 22 ਕਿਸਾਨ ਜਥੇਬੰਦੀਆਂ ਜਿੰਨੀਆਂ ਨੂੰ ਨਾਲ ਲੈ ਕੇ ਗਏ ਆ, ਆਮ ਆਦਮੀ ਪਾਰਟੀ ਨਾਲ ਗੱਠਜੋੜ ਉਹਨਾਂ ਦਾ ਹੁੰਦਾ ਹੈ, ਜੇ ਕਦੇ ਪਾਵਰ ਚ ਆਉਂਦੇ ਮਿਲੋਗੇ ਕਦੇ ਉਹਨਾਂ ਨੂੰ? ਨਹੀਂ ਦੇਖੋ, ਉਹ ਜੇ ਮੁੱਖ ਮੰਤਰੀ ਬਣ ਜਾਂਦੇ ਨੇ ਜੀ, ਤਾਂ ਮੁੱਖ ਮੰਤਰੀ ਬਣਨ ਤੋਂ ਬਾਅਦ ਉਹ ਮੁੱਖ ਮੰਤਰੀ ਤੇ ਅਸੀਂ ਸੰਗਠਨ ਦੇ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਲੋਕਾਂ ਦੇ ਮੁੱਦੇ ਮਸਲੇ ਲੈ ਕੇ ਤਾਂ ਜਾਣਾ ਸਾਡੀ ਜ਼ਿੰਮੇਵਾਰੀ ਬਣਦੀ ਹੈ। ਉਹ ਤਾਂ ਅਸੀਂ ਲੈ ਕੇ ਜਾਵਾਂਗੇ। ਅਗਰ ਹੱਲ ਹੁੰਦੇ ਆ ਤਾਂ ਵੈਲ ਐਂਡ ਗੁੱਡ, ਅਗਰ ਨਹੀਂ ਤਾਂ ਪ੍ਰੈਸ਼ਰ ਗਰੁੱਪ ਦੇ ਰੂਪ ਦੇ ਵਿੱਚ ਉਹ ਲੜਾਈ ਜਿਹੜੀ ਦੂਸਰਿਆਂ ਨਾਲ ਲੜਨੀ ਹੈ ਉਹਨਾਂ ਨਾਲ ਵੀ ਲੜਾਂਗੇ। ਡੱਲੇਵਾਲ ਸਾਹਿਬ ਇੱਕ ਗੱਲ ਜ਼ਰੂਰ ਸਾਨੂੰ ਜਾਂਦੇ ਜਾਂਦੇ ਦੱਸ ਦਿਓ, ਜਿਹੜੀ ਤੁਸੀਂ ਚਿੱਠੀ ਬਾਰੇ ਗੱਲਬਾਤ ਕਹੀ ਸੀਗੀ ਰਾਜੇਵਾਲ ਹੋਣਾ ਦੀ, ਸਰਦਾਰ ਬਲਬੀਰ ਸਿੰਘ ਰਾਜੇਵਾਲ ਹੋਣਾ ਦੀ, ਕੀ ਮੋਰਚੇ ਦੌਰਾਨ ਹੀ ਤੁਹਾਨੂੰ ਪਤਾ ਸੀ ਜਾਂ ਬਾਅਦ ਦੇ ਵਿੱਚ ਪਤਾ ਲੱਗਿਆ? ਨਹੀਂ, ਉਹ ਚਿੱਠੀ ਦਾ ਪਤਾ ਦਰਅਸਲ ਇਹ ਹੈ ਕਿ ਮੈਂ ਮੋਰਚੇ ਦੇ ਵਿੱਚ ਰਹਿੰਦਿਆਂ 19 ਤਰੀਕ ਨੂੰ ਮੈਂ ਬਿਮਾਰ ਹੋ ਗਿਆ। ਹਫਤਾ 10 ਦਿਨ ਮੈਨੂੰ ਹਸਪੀਟਲ ਦੇ ਵਿੱਚ ਲਾਉਣੇ ਪਏ। ਇੱਥੇ ਦਿੱਲੀ ਦੇ ਨੇੜੇ ਹੀ ਹੈ, ਹਰਿਆਣੇ 'ਚ ਇੱਕ ਹਸਪੀਟਲ, ਮੈਂ ਉਹਦੇ 'ਚ ਰਿਹਾ। ਮੈਂ 26-27 ਤਰੀਕ ਨੂੰ ਹਸਪੀਟਲ 'ਚੋਂ ਬਾਹਰ ਆਉਣਾ ਹੈ। ਬਾਹਰ ਆਉਣ ਤੋਂ ਬਾਅਦ ਮੇਰੇ ਸਾਰੇ ਸਾਥੀਆਂ ਦਾ ਵੀ ਤੇ ਪਰਿਵਾਰ ਦਾ ਵੀ ਇਹ ਦਬਾਅ ਸੀਗਾ ਜੀ, ਦਵਾਈ ਟਿਕਾ ਕੇ ਲਓ, ਰੈਸਟ ਕਰੋ, ਦਵਾਈ ਲਓ। ਤੋਂ ਮੈਂ ਕਿਹਾ ਚਲੋ ਹੁਣ ਉਹਨਾਂ ਚਿਰ ਮੈਂ ਕੁਝ ਟਾਈਮ ਉੱਥੇ ਰਿਹਾ। ਮੈਂ ਦੀਵਾਲੀ ਵੇਲੇ ਪਿੰਡ ਗਿਆ ਤੇ ਹੋਮੋਪੈਥੀ ਦੀ ਦਵਾਈ ਲੈਣ ਗਿਆ ਸੀ। ਦਵਾਈ ਲੈ ਕੇ ਮੈਂ ਪਿੰਡ ਚਲਿਆ ਗਿਆ। ਮੇਰੇ ਕੋਲ ਇੱਕ ਪੱਤਰਕਾਰ ਆਉਂਦਾ ਉੱਥੇ ਜੀ, ਪੱਤਰਕਾਰ 4 ਤਰੀਕ ਦੀ ਦੀਵਾਲੀ ਆ, 5 ਤਰੀਕ ਨੂੰ ਸਵੇਰ ਮੇਰੇ ਕੋਲ ਪੱਤਰਕਾਰ ਆਉਂਦਾ। ਪੱਤਰਕਾਰ ਨੇ ਆ ਕੇ ਮੇਰੇ ਨਾਲ ਗੱਲ ਕੀਤੀ ਕਿ ਮੈਂ ਜੀ ਤੁਹਾਡੀ ਇੰਟਰਵਿਊ ਲੈਣੀ। ਮੈਂ ਕਿਹਾ ਆਓ ਪਿਆਰਿਓ। ਇੰਟਰਵਿਊ ਸ਼ੁਰੂ ਹੋਣ ਤੋਂ ਪਹਿਲਾਂ ਉਹਨੇ ਕਿਹਾ ਜੀ ਕੁਝ ਗੱਲਾਂ ਮੈਂ ਤੁਹਾਡੇ ਨਾਲ ਆਫ ਦੀ ਰਿਕਾਰਡ ਕਰਨੀਆਂ ਚਾਹੁੰਦਾ। ਮੈਂ ਕਿਹਾ ਜੀ ਠੀਕ ਹੈ। ਚਾਹ ਪੀਂਦਿਆਂ ਪੀਂਦਿਆਂ ਸਾਡੀ ਗੱਲਬਾਤ ਖੁੱਲੀ। ਉਸ ਗੱਲਬਾਤ ਦੇ ਵਿੱਚ ਉਹ ਪੱਤਰਕਾਰ ਨੇ ਮੇਰੇ ਕੋਲੇ ਗੱਲ ਇਹ ਰੱਖੀ ਵੀ ਤੁਹਾਨੂੰ ਕੋਈ ਸਰਕਾਰ ਨਾਲ ਜਿਹੜੀ ਗੱਲਬਾਤ ਹੋ ਰਹੀ ਹੈ ਉਹ ਕਿੱਥੇ ਕੁ ਪਹੁੰਚੀ ਹੈ। ਮੈਂ ਕਿਹਾ ਯਾਰ ਹਜੇ ਸਰਕਾਰ ਨਾਲ ਕੋਈ ਗੱਲਬਾਤ ਨਹੀਂ ਹੋ ਰਹੀ। ਉਹ ਕਹਿੰਦਾ ਵੀ ਯਾਰ ਸਾਨੂੰ ਇਨਫੋਰਮੇਸ਼ਨ ਹੈ ਕਿ ਗੱਲਬਾਤ ਚੱਲ ਰਹੀ ਹੈ ਜੀ। ਮੈਂ ਕਿਹਾ ਵੀ ਮੇਰੇ ਕੋਲੇ ਕੋਈ ਧਿਆਨ 'ਚ ਨਹੀਂ ਗੱਲ, ਹੋ ਸਕਦਾ ਮੈਂ ਬਿਮਾਰ ਹੋ ਗਿਆ ਹੋਵਾਂ ਤੇ ਮੈਨੂੰ ਨਾ ਪਤਾ ਲੱਗਿਆ ਹੋਵੇ, ਮੈਂ ਹਸਪੀਟਲ ਰਿਹਾ। ਉਸ ਤੋਂ ਬਾਅਦ ਮੈਂ ਇੱਧਰ ਨੂੰ ਆ ਗਿਆ। ਉਹ ਫਿਰ ਉਸ ਵੇਲੇ ਪੱਤਰਕਾਰ ਨੇ ਇੱਕ ਚਿੱਠੀ ਦਿਖਾਈ ਮੈਨੂੰ ਆਪਣੇ ਮੋਬਾਈਲ ਤੇ। ਉਹ ਕਹਿੰਦਾ ਵੀ ਆਹ ਚਿੱਠੀ ਆ ਜਿਹਦੇ 'ਚ ਆਹ ਕੁਛ ਲਿਖਿਆ ਹੈ। ਉਹ ਹੁਣ ਦੇਖਣ ਤੋਂ ਬਾਅਦ ਉਹਨੇ ਕਿਹਾ ਵੀ ਆਹ ਚਿੱਠੀ ਸਰਕਾਰ ਨੂੰ ਲਿਖੀ ਜਾ ਚੁੱਕੀ ਆ। ਬੜੀ ਚਿੰਤਾ ਹੋਈ ਕਿ ਅਗਰ ਆਹ ਚਿੱਠੀ ਸਰਕਾਰ ਨੂੰ ਲਿਖੀ ਗਈ ਤੇ ਇਹਦਾ ਮਤਲਬ ਸਾਡੇ ਮੋਰਚੇ ਨੇ ਤਾਂ ਗੋਡੇ ਟੇਕ ਤੇ ਸਰਕਾਰ ਮੂਹਰੇ। ਅਸੀਂ ਤਾਂ ਮੰਨ ਲਿਆ ਵੀ ਅਸੀਂ ਇਹਨਾਂ ਗੱਲਾਂ ਤੇ ਸਮਝੌਤਾ ਕਰਨ ਲਈ ਤਿਆਰ ਹਾਂ ਜੀ। ਮੈਂ ਫਿਰ ਬਿਮਾਰ ਸੀ, ਭਾਵੇਂ ਮੈਂ ਉਹਨਾਂ ਹਾਲਾਤਾਂ 'ਚ ਆਪਦੇ ਇੱਕ ਬਲਾਕ ਪ੍ਰੈਜ਼ੀਡੈਂਟ ਹੈ ਸਾਡਾ, ਉਹਨੂੰ ਮੈਂ ਟੈਲੀਫੋਨ ਕੀਤਾ। ਮੈਂ ਕਿਹਾ ਯਾਰ ਤੂੰ ਮੇਰੇ ਕੋਲੇ ਆ, ਆਪਾਂ ਸਵੇਰ ਦਿੱਲੀ ਫੇਰ ਜਾਣਾ। ਅਸੀਂ ਅਗਲੇ ਦਿਨ ਹੀ ਵਾਪਸ ਦਿੱਲੀ ਨੂੰ ਫੇਰ ਆਏ। ਦਿੱਲੀ ਜਾ ਕੇ ਅਸੀਂ 8 ਤਰੀਕ ਦੀ ਮੀਟਿੰਗ ਰਖਵਾਈ। 8 ਤਰੀਕ ਦੀ ਮੀਟਿੰਗ ਦੇ ਵਿੱਚ ਮੈਂ ਸਵਾਲ ਕੀਤਾ ਕਿ ਮੈਨੂੰ ਆਹ ਦੱਸੋ ਜੀ, ਗੱਲਬਾਤ ਕੋਈ ਸਰਕਾਰ ਨਾਲ ਚੱਲ ਰਹੀ ਹੈ? ਤਾਂ ਰਾਜੇਵਾਲ ਸਾਹਿਬ ਵੀ ਉਹਦੇ 'ਚ ਬੈਠੇ ਸੀ, ਮਨਜੀਤ ਰਾਏ ਜੀ ਵੀ ਬੈਠੇ ਸੀ, ਹਰਮੀਤ ਕਾਦੀਆਂ ਵੀ, ਦੂਸਰੀਆਂ ਜਥੇਬੰਦੀਆਂ ਵੀ ਸਾਰੀਆਂ ਬੈਠੀਆਂ ਸੀ ਜੀ, ਜੰਗਵੀਰ ਹੋਰੀ। ਤਾਂ ਉਸ ਮੀਟਿੰਗ ਦੇ ਵਿੱਚ ਜਦੋਂ ਗੱਲਬਾਤ ਚੱਲੀ ਹੈ ਤਾਂ ਇਹਨਾਂ ਨੇ ਕਿਹਾ ਜੀ ਕੋਈ ਗੱਲਬਾਤ ਨਹੀਂ ਹੋਈ। ਮੈਂ ਕਿਹਾ ਯਾਰ ਵੀ ਪੱਤਰਕਾਰ ਇਹੋ ਜਿਹੀਆਂ ਗੱਲਾਂ ਕਹਿ ਰਹੇ ਨੇ, ਇਹ ਕਿੱਧਰੋਂ ਆ ਰਹੀਆਂ ਨੇ? ਇਹ ਕਹਿੰਦੇ ਜੀ ਪੱਤਰਕਾਰ ਤਾਂ ਐਵੇਂ ਦਫ਼ਤਰਾਂ ਚੋਂ ਇੱਧਰ ਦੀਆਂ ਗੱਲਾਂ ਚੱਕ ਕੇ ਚਲਾ ਦਿੰਦੇ ਹੁੰਦੇ ਆ, ਕੋਈ ਇਹ ਗੱਲ ਦੇ ਵਿੱਚ ਦਮ ਨਹੀਂ ਹੈ, ਝੂਠੀਆਂ ਗੱਲਾਂ ਨੇ। ਫਿਰ ਮੈਂ ਇਹਨਾਂ ਤੋਂ ਦੁਬਾਰਾ ਫਿਰ ਇਹ ਗੱਲ ਕਹੀ ਕਿ ਰਾਜੇਵਾਲ ਜੀ ਮੈਨੂੰ ਤਾਂ ਉਹਨੇ ਪੱਤਰਕਾਰ ਨੇ ਇੱਥੋਂ ਤੱਕ ਕਿਹਾ ਕਿ ਆਹ ਚਿੱਠੀ ਦਿਖਾਈ ਆ, ਉਹ ਚਿੱਠੀ ਦੇ ਵਿੱਚ ਲਿਖਿਆ ਕਿ ਐਗਰੀਡ ਬੋਥ ਸਾਈਡਸ। ਇਹ ਬੜੀ ਖਤਰਨਾਕ ਗੱਲ ਆ ਜਿਹੜੀ ਆਹ ਗੱਲ ਲਿਖੀ ਹੈ, ਇਹ ਦੱਸੋ। ਫਿਰ ਉਹਨਾਂ ਨੂੰ ਐ ਪਤਾ ਲੱਗਿਆ ਵੀ ਸ਼ਾਇਦ ਇਹਨਾਂ ਦੇ ਕੋਲੇ ਸਾਰਾ ਕੁਝ ਹੈਗਾ। ਹਾਲਾਂਕਿ ਉਹ ਭਾਵੇਂ ਮੇਰੇ ਕੋਲੇ ਚਿੱਠੀ ਹਜੇ ਨਹੀਂ ਸੀ, ਪਰ ਉਹਨਾਂ ਨੇ ਉਸ ਗੱਲ ਦੇ ਉੱਤੇ ਹੀ ਇਹਨਾਂ ਨੇ ਮੇਰੇ ਕੋਲੇ ਉਸ ਮੀਟਿੰਗ ਦੇ ਵਿੱਚ ਕਲੀਅਰ ਕੱਟ ਰਾਜੇਵਾਲ ਸਾਹਿਬ ਨੇ ਮੰਨਿਆ ਕਿ ਸਾਡੀ ਗੱਲਬਾਤ ਚੱਲੀ ਹੈ। ਅਸੀਂ 3 ਆਗੂ, 2 ਹੋਰ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਕੁਲਵੰਤ ਸੰਧੂ ਦਾ ਨਾਂ ਲਿਆ,
ਹਰਮੀਤ ਕਾਦੀਆਂ ਦੇ ਵਿੱਚ ਹੀ ਬੈਠੇ ਸੀ, ਉਹਨਾਂ ਦਾ ਵੀ ਨਾਂ ਲਿਆ। ਫਿਰ ਬੂਟਾ ਬੁਰਜਗਿੱਲ ਜੀ ਦਾ ਨਾਂ ਲਿਆ ਕਿ ਇੱਕ ਆਪ ਕਿ ਅਸੀਂ ਸਾਡੀ ਚਾਰਾਂ ਦੀ ਵੱਖ-ਵੱਖ ਮਾਧਿਅਮ ਤੋਂ ਮਤਲਬ ਸਰਕਾਰ ਨਾਲ ਗੱਲਬਾਤ ਹੋ ਰਹੀ ਹੈ, ਔਰ ਉਹ ਜਿੰਨੀਆਂ ਗੱਲਾਂ ਤੇ ਸਾਡੀ ਸਹਿਮਤੀ ਬਣੀ ਹੈ ਉਹਨਾਂ ਗੱਲਾਂ ਨੂੰ ਅਸੀਂ ਲਿਖ ਕੇ ਸਰਕਾਰ ਨੂੰ ਭੇਜਿਆ ਹੈ। ਇਹਦਾ ਮਤਲਬ ਜੇ ਸਹਿਮਤੀ ਤੁਸੀਂ ਤੁਹਾਡੀ ਬਣ ਗਈ, ਤੁਸੀਂ ਲਿਖ ਕੇ ਭੇਜਤਾ, ਪੂਰੀ ਐਸਕੇਐਮ ਨੂੰ ਪਤਾ ਨਹੀਂ, ਐਸਕੇਐਮ ਨੂੰ ਭਰੋਸੇ 'ਚ ਨਹੀਂ ਲਿਆ, ਫਿਰ ਬੜਾ ਮਾੜਾ ਕੰਮ ਕੀਤਾ। ਇਹ ਤੇ ਸਾਨੂੰ ਤਾਂ ਤੁਸੀਂ ਪੁੱਛਿਆ ਤੱਕ ਨਹੀਂ, ਅਸੀਂ ਤਾਂ ਇਹਦੇ ਤੇ ਸਹਿਮਤ ਨਹੀਂ। ਔਰ ਉਸ ਵੇਲੇ ਮੈਨੂੰ ਪਤਾ ਲੱਗਿਆ, ਔਰ ਉਸ ਵੇਲੇ ਤੋਂ ਲੈ ਕੇ ਮੈਨੂੰ ਫਿਰ ਇਸ ਗੱਲ ਦਾ ਬਹੁਤ ਰਿਹਾ ਕਿ ਅਸੀਂ ਹੁਣ ਸਾਡਾ ਖਲਾਰਾ ਪੈ ਗਿਆ ਤੇ ਸਰਕਾਰ ਨੇ ਜਿੱਧਰ ਨੂੰ ਮਾੜਾ ਮੋਟਾ ਵੀ ਸਾਨੂੰ ਕੁਝ ਕਰਨਾ ਦੇਣਾ ਹੈ, ਸਰਕਾਰ ਨਹੀਂ ਤੁਰੇਗੀ। ਇਸ ਕਰਕੇ ਹੁਣ ਸਮਾਂ ਇੱਥੇ ਲੜਨ ਦਾ ਨਹੀਂ, ਪਬਲਿਕ ਨੂੰ ਤਕੜੇ ਕਰਕੇ ਇੱਕ ਮੈਸੇਜ ਸਰਕਾਰ ਤੱਕ ਪ੍ਰੈਸ ਦੇ ਮਾਧਿਅਮ ਤੋਂ ਇਹ ਜਾਣਾ ਚਾਹੀਦਾ ਹੈ ਕਿ ਅਸੀਂ ਤਿੰਨੇ ਕਾਨੂੰਨ ਰੱਦ ਕਰਾਏ ਬਿਨਾਂ ਨਹੀਂ ਉੱਠਾਂਗੇ। ਔਰ ਮੈਂ ਉੱਥੇ ਮੀਟਿੰਗ ਆਪਦੀ ਸਿੰਘੂ ਬਾਰਡਰ ਦੇ ਉੱਤੇ ਆਪਦੀ ਜਥੇਬੰਦੀ ਦੀ ਕੀਤੀ, ਇਹ ਕਿਹਾ ਕਿ ਲੈ ਵੀ ਦੋਸਤੋ, ਪ੍ਰੈਸ ਦੇ ਮਾਧਿਅਮ ਤੋਂ ਬਹੁਤ ਗਲਤ ਗੱਲਾਂ ਬਾਹਰ ਨਿਕਲ ਰਹੀਆਂ, ਬਹੁਤ ਖਤਰਨਾਕ ਹਾਲਾਤਾਂ ਦੇ ਵਿੱਚ ਆਪਾਂ ਫਸੇ ਹੋਏ ਹਾਂ। ਇਸ ਕਰਕੇ ਸਾਨੂੰ ਸਾਰਿਆਂ ਨੂੰ, ਸਿੱਧੂਪੁਰ ਜਥੇਬੰਦੀ ਨੂੰ ਮੇਰੀ ਸਨਿਮਰ ਬੇਨਤੀ ਹੈ ਕਿ ਕੋਈ ਵੀ ਸਿੱਧੂਪੁਰ ਦਾ ਕਾਰਕੁਨ ਹੁਣ ਪਿੰਡਾਂ 'ਚ ਬੈਠਾ ਨਾ ਰਹੇ, ਮੋਰਚੇ 'ਚ ਆਓ। ਮੋਰਚੇ ਦਾ ਨੁਕਸਾਨ ਹੋ ਸਕਦਾ, ਮੋਰਚਾ ਸੰਭਾਲਣਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ। ਉਹ ਮੇਰੀਆਂ ਵੀਡੀਓ ਸੁਣ ਕੇ ਮੇਰੀ ਜਥੇਬੰਦੀ ਵੀ ਤਕੜੀ ਹੋ ਕੇ ਮਤਲਬ ਵਾਪਸ ਆਈ। ਜਿਹੜੇ ਆਮ ਲੋਕਾਂ ਨੇ ਜਿਨ੍ਹਾਂ ਨੇ ਵੀਡੀਓ ਸੁਣੀ ਉਹ ਵੀ ਮੋਰਚੇ 'ਚ ਆਉਣੇ ਸ਼ੁਰੂ ਹੋਏ ਮੁੜ ਕੇ। ਤੋਂ ਮੋਰਚੇ ਦੇ ਵਿੱਚੋਂ ਉਹਨਾਂ ਹਾਲਾਤਾਂ ਦੇ ਵਿੱਚ 2-3 ਵਾਰ ਸਟੇਜ ਤੋਂ ਵੀ ਇਹ ਗੱਲਾਂ ਬੋਲਣੀਆਂ ਪਈਆਂ। ਤੋਂ ਉਹਦੇ 'ਚੋਂ ਲੋਕਾਂ ਦਾ ਜਿਹੜਾ ਮਨੋਬਲ ਸੀ ਉਹ ਮਜ਼ਬੂਤ ਹੋਇਆ। ਲੋਕ ਕਰੜੇ ਹੋ ਕੇ ਬਹਿ ਗਏ ਕਿ ਅਸੀਂ ਨਹੀਂ ਉੱਠਾਂਗੇ। ਉਹ ਜਿਹੜੀ ਸਾਡੀ ਸਮਝ ਸੀ ਉਹਦੇ ਮੁਤਾਬਕ ਉਹ ਪੂਰਾ ਹੋਇਆ। ਜਦੋਂ ਲੋਕ ਕਰੜੇ ਹੋ ਕੇ ਬਹਿ ਗਏ ਤਾਂ ਸਰਕਾਰ ਨੂੰ ਇਹ ਪਤਾ ਲੱਗਿਆ ਕਿ ਇਹ ਜਿਹੜੀ ਚਿੱਠੀ ਹੈ, ਚਿੱਠੀ ਦੇ ਲਿਖਣ ਵਾਲਿਆਂ ਤੋਂ ਪਬਲਿਕ ਹੁਣ ਉਠਾਈ ਨਹੀਂ ਜਾ ਸਕਣੀ। ਇਸ ਕਰਕੇ ਲੋਕਾਂ ਦੇ ਤਿੰਨੇ ਕਾਨੂੰਨ ਰੱਦ ਕਰਨੇ ਪੈਣਗੇ। ਉਹ ਤਿੰਨੇ ਕਾਨੂੰਨ ਸਰਕਾਰ ਨੇ ਰੱਦ ਕੀਤੇ। ਤੋਂ ਇਹ ਆਈ ਮੇਰੇ ਕੋਲ ਇਹ ਗੱਲ ਜਿਸ ਦਿਨ ਰਾਸ਼ਟਰਪਤੀ ਨੇ ਸਾਈਨ ਕਰਤੇ, ਉਸ ਦਿਨ ਮੈਂ ਪ੍ਰੈਸ ਦੇ ਸਾਹਮਣੇ ਇਹਦਾ ਖੁਲਾਸਾ ਕਰਤਾ ਸੀ ਕਿ ਭਾਈ ਆ ਕੁਝ ਹੋਇਆ। ਕੀ ਜੇ 22 ਜਥੇਬੰਦੀਆਂ ਦੇ ਨੁਮਾਇੰਦੇ ਪਿੰਡਾਂ ਦੇ ਵਿੱਚ ਵੋਟਾਂ ਮੰਗਣ ਆਉਣਗੇ, ਬਾਕੀ ਦੀਆਂ ਜਥੇਬੰਦੀਆਂ ਉਹਨਾਂ ਦਾ ਵਿਰੋਧ ਤਾਂ ਨਹੀਂ ਕਰਨਗੀਆਂ? ਦੇਖੋ, ਇਹ ਬੜਾ ਗੰਭੀਰ ਸਵਾਲ ਹੈ। ਲੋਕਾਂ ਦੀ ਮਰਜ਼ੀ ਹੈ। ਜੇ ਤਾਂ ਲੋਕਾਂ ਨੂੰ, ਜਿਨ੍ਹਾਂ ਨੂੰ ਇਹ ਪਤਾ ਹੈ ਕਿ ਇਹਨਾਂ ਨੇ ਚਿੱਠੀਆਂ ਲਿਖੀਆਂ, ਜਿਨ੍ਹਾਂ ਨੂੰ ਪਤਾ ਹੈ ਕਿ ਐਮਐਸਪੀ ਤੋਂ ਭੱਜ ਕੇ ਆਏ ਨੇ, ਅਗਰ ਉਹਨਾਂ ਲੋਕਾਂ ਨੂੰ ਅਸੀਂ ਰੋਕਾਂਗੇ ਵੀ ਤੁਸੀਂ ਨਾ ਕਰੋ, ਤੇ ਇਹਦਾ ਮਤਲਬ ਅਸੀਂ ਵੀ ਉਹ ਚਿੱਠੀ ਲਿਖਣ ਵਾਲਿਆਂ 'ਚ ਸ਼ਾਮਲ ਹਾਂ। ਅਸੀਂ ਭਾਵੇਂ ਜਥੇਬੰਦਕ ਤੌਰ ਤੇ ਐਲਾਨ ਨਾ ਕਰੀਏ, ਇਹ ਤਾਂ ਲੋਕਾਂ ਤੇ ਡਿਪੈਂਡ ਕਰਦਾ, ਲੋਕ ਸਵਾਲ ਕਰਨਗੇ ਕਿ ਨਹੀਂ ਕਰਨਗੇ। ਡੱਲੇਵਾਲ ਸਾਹਿਬ, ਜਾਂਦੇ ਜਾਂਦੇ ਅਖੀਰ ਤੇ ਆਪਣੇ ਵੱਲੋਂ ਕੁਝ ਵਿਦੇਸ਼ ਬੈਠੇ ਸਰੋਤਿਆਂ ਨੂੰ ਤੇ ਇੰਡੋ ਕੈਨੇਡਾ ਟੀਵੀ ਚੈਨਲ ਜਿੱਥੇ ਵੀ ਪੰਜਾਬੀ ਦੇਖ ਰਹੇ ਆ, ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਵੱਡੀ ਤਾਂ ਗੱਲ ਇਹ ਹੈ ਜੀ, ਮੈਂ ਫੋਰਨ ਦੇ ਵਿੱਚ ਜਿੰਨੇ ਵੀ ਦੇਸ਼ਾਂ ਵਿਦੇਸ਼ਾਂ 'ਚ ਜੀ ਸਾਡੇ ਐਨਆਰਆਈ ਵੀਰ ਬੈਠੇ ਨੇ, ਮੈਂ ਸਭ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਸੱਜਣੋ, ਇਹ ਮੋਰਚਾ ਤੁਸੀਂ ਜਿੱਤਿਆ, ਤੁਹਾਡੀ ਐਫਰਟਸ ਨੇ ਜਿੱਤਿਆ। ਤੁਸੀਂ ਸਾਡੀ ਖਾਤਰ ਸਾਰਾ ਦਿਨ ਟਰਾਲਾ ਚਲਾਇਆ, ਕਿਸੇ ਨੇ ਕੋਈ ਕੰਮ ਕੀਤਾ, ਮਿਹਨਤ ਕਰਕੇ ਰਾਤ ਨੂੰ $1 ਸਾਡੇ ਵਾਸਤੇ ਕੱਢਦੇ ਰਹੇ। ਇਹ ਤੁਸੀਂ ਆਪਦੇ ਬੱਚਿਆਂ ਦੇ ਮੂੰਹ ਚੋਂ ਖੋ ਕੇ ਸਾਨੂੰ ਭੇਜਿਆ। ਇਹ ਤੁਹਾਡੇ ਪੈਸੇ ਦੇ ਨਾਲ ਇਸ ਮੋਰਚੇ ਨੂੰ ਜਿੱਤਿਆ ਜਾ ਸਕਿਆ। ਤੁਹਾਡਾ ਤਹਿ ਦਿਲੋਂ ਧੰਨਵਾਦੀ ਹਾਂ ਅਸੀਂ ਤੁਹਾਡੇ। ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ। ਔਰ ਮੈਂ ਬੇਨਤੀ ਕਰਾਂ ਕਿ ਲੜਾਈ ਹਜੇ ਆਪਣੀ ਬਾਕੀ ਹੈ। ਕਿਰਪਾ ਕਰਕੇ ਆਪਣਾ ਪਿਆਰ, ਆਪਣਾ ਸਤਿਕਾਰ ਜਥੇਬੰਦੀਆਂ ਨੂੰ, ਇਸ ਮੋਰਚੇ ਨੂੰ, ਇਹ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ ਉਹਦੇ ਨਾਲ ਬਣਾਈ ਰੱਖਿਓ, ਕਿਉਂਕਿ ਹਜੇ ਆਪਾਂ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਲੈਣਾ ਹੈ। ਜਿੰਨੀ ਦੇਰ ਤੱਕ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਨਹੀਂ ਮਿਲਦਾ, ਸਾਨੂੰ ਇਹ 3 ਕਾਨੂੰਨ ਰੱਦ ਕਰਾਉਣ ਦਾ ਵੀ ਬਹੁਤ ਜ਼ਿਆਦਾ ਫਾਇਦਾ ਨਹੀਂ ਹੋਣਾ। ਇਸ ਕਰਕੇ ਉਹ ਲੜਾਈ ਲੜਾਂਗੇ, ਉਹਦੇ ਤੇ ਤੁਹਾਡੇ ਸਹਿਯੋਗ, ਤੁਹਾਡੇ ਪਿਆਰ, ਤੁਹਾਡੇ ਸਤਿਕਾਰ ਦੀ ਲੋੜ ਹੈ। ਉਹ ਸਾਡੇ ਨਾਲ ਬਣਾਈ ਰੱਖਿਓ। ਬਹੁਤ ਬਹੁਤ ਧੰਨਵਾਦ ਜੀ। ਡੱਲੇਵਾਲ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਸੀਂ ਆਪਣੇ ਕੀਮਤੀ ਵਕਤ ਚੋਂ ਜਿਹੜਾ ਵਕਤ ਸਾਨੂੰ ਇੰਡੋ ਕੈਨੇਡਾ ਟੀਵੀ ਚੈਨਲ ਨੂੰ ਦਿੱਤਾ ਹੈਗਾ। ਤੁਸੀਂ ਲੋਕ ਆਗੂ ਹੈ, ਤੁਹਾਨੂੰ ਹੁਣ ਦੇ ਸਮੇਂ ਦੇ ਵਿੱਚ ਬੜੀਆਂ ਜਿਹੜੀਆਂ ਜਗ੍ਹਾ ਤੋਂ ਸੱਦੇ ਪੱਤਰ ਆਉਂਦੇ ਆ, ਪਰ ਸਾਨੂੰ ਫਿਰ ਵੀ ਤੁਸੀਂ ਆਪਣਾ ਖੁੱਲਾ ਟਾਈਮ ਦਿੱਤਾ, ਇਸ ਲਈ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ ਤੇ ਬੜੀ ਮਿਹਰਬਾਨੀ ਜੀ। ਮਿਹਰਬਾਨੀ, ਸ਼ੁਕਰੀਆ, ਬਹੁਤ ਬਹੁਤ ਧੰਨਵਾਦ।